ਬਿਨਵਤਾ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਾਧ ਸੰਗਤ ਜੀ, ਆਪ ਜੀ ਨੂੰ ਮਨੋਹਰ ਗੁਰਬਾਣੀ ਕੀਰਤਨ ਬਹੁਤ ਹੀ ਪ੍ਰੇਮ ਪਿਆਰ ਸ਼ਰਧਾ ਭਾਵਨਾ ਨਾਲ ਸਰਵਣ ਕਰਾ ਰਹੇ ਸਨ। ਪੰਥ ਦਾ ਪ੍ਰਸਿੱਧ ਰਾਗੀ ਜਥਾ ਅਤੀ ਸਤਿਕਾਰਯੋਗ ਭਾਈ ਬਲਵਿੰਦਰ ਸਿੰਘ ਜੀ ਲੋਪੋਕੇ, ਹਜ਼ੂਰੀ ਰਾਗੀ ਜਥਾ ਦਰਬਾਰ ਸਾਹਿਬ ਸੱਚਖੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਾਲੇ ਸਮੂਹ ਜਥੇ ਦਾ ਹਾਰਦਿਕ ਬਹੁਤ ਬਹੁਤ ਧੰਨਵਾਦ ਹੈ। ਸੋ ਬੇਨਤੀ ਹੈ ਗੁਰੂ ਸਾਧ ਸੰਗਤ ਜੀ, ਮੈਨੂੰ ਉਮੀਦ ਹੈ ਬੇਅੰਤ ਸੰਗਤਾਂ ਤਿਆਰ ਹਨ ਇਸ ਕਾਰਜ ਵਾਸਤੇ। ਕੋਈ ਜਨ ਹਰਸੋਂ ਦੇਵ ਜੋਰ ਚਰਨ ਗਾਹੋਂ ਬਕੋਂ ਸ਼ੁਭ ਰਸਨਾ ਦੀਜੈ ਪ੍ਰਾਨ ਅਕੋਰ। ਭਾਈ ਸਾਹਿਬ ਦੇ ਜਥੇ ਨੇ ਗ੍ਰਹਿ ਜਾਣਾ ਹੈ, ਇਹਨਾਂ ਦੀ ਸੇਵਾ ਗੱਡੀ ਦੀ ਕਿਰਪਾ ਕਰਕੇ ਕੋਈ ਵੀ ਪ੍ਰੇਮੀ ਜਨ ਜਿੱਥੇ ਜਾਣਾ ਚਾਹਣ ਇਹਨਾਂ ਨੂੰ ਬੇਅੰਤਾ ਜੀ ਕਹਿਣ ਤੋਂ ਬਿਨਾਂ ਹੀ ਗੁਰੂ ਮਹਾਰਾਜ ਦੀ ਗੁਰੂ ਰਾਮਦਾਸ ਦੀਆਂ ਪਾਰ ਬਖਸ਼ਿਸ਼ਾਂ ਹਨ। ਸੰਗਤਾਂ ਦੇ ਵਿਸ਼ੇਸ਼ ਤੌਰ ਤੇ ਦੇਖੀਦਾ ਹੈ ਗੁਰੂ ਸਾਹਿਬ ਕਹਿਣ ਤੋਂ ਬਿਨਾਂ ਹੀ ਪਤਾ ਨਹੀਂ ਕਿੰਨੀਆਂ ਕਿੰਨੀਆਂ ਗੱਡੀਆਂ ਤਿਆਰ ਰਹਿੰਦੀਆਂ। ਇਸੇ ਕਰਕੇ ਗੁਰੂ ਮਹਾਰਾਜ ਕਹਿੰਦੇ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਹੀਏ। ਰਾਜੇ ਮਹਾਰਾਜਾ ਨੂੰ ਵੀ ਹੁਕਮ ਕਰਨਾ ਪੈਂਦਾ, ਪਰ ਬਿਨਾਂ ਕਹੇ ਤੋਂ ਤਿਆਰ ਕਰ ਦਿੰਦਾ ਅਕਾਲ ਪੁਰਖ ਵਾਹਿਗੁਰੂ। ਆਓ ਜ਼ਿਆਦਾ ਨਾ ਟਾਈਮ ਲਾਵਾਂ। ਸਮੂਹ ਰਾਗੀ ਜਥੇ ਦਾ ਪ੍ਰਬੰਧ ਤੇ ਸੰਗਤ ਵੱਲੋਂ ਹਾਰਦਿਕ ਬਹੁਤ ਬਹੁਤ ਧੰਨਵਾਦ। ਪੂਰੀ ਵੀ ਗੁਰੂ ਮਹਾਰਾਜ ਕਿਰਪਾ ਰਹਿਮਤਾਂ ਇਸੇ ਤਰ੍ਹਾਂ ਚਰਨ ਕਮਲਾਂ ਜੋੜਨਗੇ। ਆਓ ਹੁਣ ਆਪ ਜੀ ਨੂੰ ਪੰਥ ਦੇ ਪ੍ਰਸਿੱਧ ਕਥਾਵਾਚਕ ਅਤੀ ਸਤਿਕਾਰਯੋਗ ਗਿਆਨੀ ਸੁਖਜੀਤ ਸਿੰਘ ਜੀ ਕਨ੍ਹਈਆ, ਮੁੱਖ ਪ੍ਰਚਾਰਕ ਬੁੱਢਾ ਦਲ 96 ਕਰੋੜੀ, ਪ੍ਰਾਚੀਨ ਪੰਥ ਪ੍ਰਕਾਸ਼ ਗੁਰੂ ਇਤਿਹਾਸ ਬਹੁਤ ਹੀ ਪ੍ਰੇਮ ਪਿਆਰ ਸ਼ਰਧਾ ਭਾਵਨਾ ਸਰਵਣ ਕਰਾਉਣ ਜਾ ਰਹੇ ਹਨ। 1 ਘੰਟੇ ਲਈ ਗੁਰੂ ਜਸ ਸਰਵਣ ਕਰੀਏ। ਖਾਲਸੇ ਦਾ ਸਾਜਨ ਦਿਵਸ 14 ਅਪ੍ਰੈਲ ਨੂੰ ਹੈ। 23 ਅਪ੍ਰੈਲ ਨੂੰ ਦਿਨ ਸ਼ਨੀਚਰਵਾਰ ਨੂੰ ਇਸ ਗੁਰਦੁਆਰਾ ਸਾਹਿਬ ਕੇ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋ ਰਿਹਾ ਹੈ। ਗੁਰੂ ਦੀ ਦਾਤ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਦੀ ਕਿਰਪਾਲਤਾ ਜ਼ਰੂਰ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਗੁਰ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ।
ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੂਏ ਚੌਥੇ ਦਿਨ ਮਿਲੈ ਸੋ ਖਾਏ, ਤੋ ਪੀ ਤਿਨੇ ਮਿਲੇ ਸੋ ਨਾਹੇ। ਦੂਏ ਚੌਥੇ ਦਿਨ ਮਿਲੇ ਸੋ ਖਾਏ, ਤੋ ਪੀ ਤਿਨੇ ਮਿਲੇ ਸੋ ਨਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਸੰਧਿਆ ਸਮੇਂ ਇਤਿਹਾਸ ਦੀ ਲੜੀਵਾਰ ਕਥਾ 'ਚ ਹਾਜ਼ਰੀ ਭਰਨ ਲਈ ਸਮਾਂ ਪ੍ਰਾਪਤ ਹੋਇਆ। ਆਓ ਸਭ ਤੋਂ ਪਹਿਲਾਂ ਮਨੇ ਬਿਰਤੀਆਂ ਇਕਾਗਰ ਕਰੀਏ। ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਸੀਸ ਝੁਕਾ ਕੇ ਪਿਆਰ ਸਹਿਤ ਉਚਾਰਨ ਕਰੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੂਏ ਚੌਥੇ ਦਿਨ ਮਿਲੇ ਸੋ ਖਾਏ। ਬੀਤੇ ਦਿਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ ਵੀ ਜਦੋਂ ਖਾਨ ਬਹਾਦਰ ਨੇ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਉਣੇ ਸ਼ੁਰੂ ਕਰ ਦਿੱਤੇ, ਖਾਲਸਾ ਜੀ ਗੁਰੂ ਕੇ ਸਿੱਖ ਜੰਗਲਾਂ ਵਿੱਚ ਜਾ ਕੇ ਰਾਤਾਂ ਕੱਟਦੇ ਤੇ ਉੱਥੇ ਛਕਣ ਵਾਸਤੇ ਪਦਾਰਥ ਪ੍ਰਸ਼ਾਦਾ ਵੀ ਨਾ ਮਿਲਣਾ, 3-3 4-4 ਦਿਨ ਭੁੱਖੇ ਰਹਿਣਾ। ਵੇਖੋ ਸਾਡੇ ਬਜ਼ੁਰਗਾਂ ਨੇ, ਸਾਡੇ ਦਾਦੇ ਪੜਦਾਦਿਆਂ ਨੇ, ਬਜ਼ੁਰਗਾਂ ਨੇ ਕੈਸੀਆਂ ਕਮਾਈਆਂ ਕੀਤੀਆਂ। ਸਿੱਖੀ ਨਿਭਾਉਣ ਵਾਸਤੇ ਉਹ 4-4 ਦਿਨ ਦੀਆਂ ਭੁੱਖਾਂ ਵੀ ਕੱਟਦੇ ਰਹੇ, ਹਫ਼ਤੇ ਬੱਧੀ ਭੁੱਖਾਂ ਕੱਟਦੇ ਰਹੇ। ਤੇ ਭਾਈ ਰਤਨ ਸਿੰਘ ਭੰਗੂ ਕਹਿੰਦੇ ਦਰਖਤਾਂ ਦੇ ਪੱਤੇ ਖਾ ਕਰਕੇ, ਜੰਗਲਾਂ ਦੇ ਵਿੱਚ ਰੁੱਖਾਂ ਦੇ ਦਰਖਤਾਂ ਦੇ ਪੱਤੇ ਖਾ ਕੇ ਉਹਨਾਂ ਨੇ ਗੁਜ਼ਾਰਾ ਕੀਤਾ। ਪਰ ਕਹਿੰਦੇ ਇੰਨੀ ਕਿ ਦੁਸ਼ਮਣ ਵੱਲੋਂ ਮੋਰਚਾਬੰਦੀ ਕੀਤੀ ਜਾਂਦੀ ਸੀ ਵੀ ਜੇ ਸਿੰਘ ਨਜ਼ਰ ਆਵੇ ਨਾਲ ਦੀ ਨਾਲ ਉਹਦਾ ਸਿਰ ਵੱਢ ਦਿੰਦੇ ਸੀ। ਤੇ ਖਾਲਸਾ ਜੀ ਪੱਤੇ ਵੀ ਕਹਿੰਦੇ 2-2 4-4 ਦਿਨਾਂ ਬਾਅਦ ਜਾ ਕੇ ਖਾਣ ਨੂੰ ਨਸੀਬ ਹੁੰਦੇ ਸਨ। ਤੋ ਪੀ ਇਨੇ ਮਿਲੇ ਸੋ ਨਾਹੇ। ਤੇ ਕਹਿੰਦੇ 4-4 ਦਿਨਾਂ ਦੀਆਂ ਭੁੱਖਾਂ ਤੋਂ ਬਾਅਦ ਵੀ ਮੁਗਲ ਹਕੂਮਤ ਉਹਨਾਂ ਨੂੰ ਟਿਕਣ ਨਹੀਂ ਸੀ ਦਿੰਦੀ, ਉਹਨਾਂ ਨੂੰ ਇੱਕ ਥਾਂ ਰਹਿਣ ਨਹੀਂ ਸੀ ਦਿੰਦੀ। ਸਿੰਘ ਸੋ ਹੋ ਗਏ ਅਤ ਤਬ ਥੋਰੇ। ਜਦੋਂ ਐਸਾ ਸਮਾਂ ਆਇਆ, ਸਿੰਘਾਂ ਦੇ ਸਿਰਾਂ ਦੇ ਮੁੱਲ ਪਾਉਣੇ ਸ਼ੁਰੂ ਕਰ ਦਿੱਤੇ, ਸਿੱਖਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਕਹਿੰਦੇ ਗਿਣਤੀ ਦੇ ਵਿੱਚ ਗੁਰੂ ਕੇ ਸਿੱਖ ਬਹੁਤ ਘੱਟ ਰਹਿ ਗਏ, ਕੇਵਲ 800 ਸਿੱਖ ਰਹਿ ਗਿਆ ਸੀ। ਉਸ ਸਮੇਂ ਜਦੋਂ ਇਤਨਾ ਭਾਰੀ, ਇਤਨਾ ਮੁਸ਼ਕਲਾਂ ਭਰਾ ਸਮਾਂ ਆਇਆ, ਕਹੇ ਦੂਰ ਜਾਵੇ ਲੈ ਘੋੜੇ। ਕਿਉਂਕਿ ਪੰਜਾਬ ਮਾਝਾ ਛੱਡ ਕੇ ਗੁਰੂ ਕੇ ਸਿੰਘ ਘੋੜੇ ਲੈ ਕਰਕੇ ਦੂਰ ਚਲੇ ਗਏ ਸਨ। ਦੋਹਰਾ ਜਿਸ ਦਿਨ ਮਾਰੈ ਦੁਸ਼ਟ ਕੋ 3 ਦਿਨ ਰਜ ਖਾਏ। ਜਦੋਂ ਤੇ ਖਾਲਸਾ ਕਿਸੇ ਮੁਗਲ ਬਾਦਸ਼ਾਹ ਦਾ, ਮੁਗਲ ਜਰਨੈਲ ਦਾ, ਮੁਗਲ ਚੌਧਰੀ ਦਾ ਸੋਧਾ ਲਾ ਦਿੰਦਾ, ਉਸ ਦਿਨ ਤੇ ਖਾਲਸੇ ਨੂੰ ਖਾਣ ਵਾਸਤੇ ਵੀ ਕੁਝ ਨਸੀਬ ਹੋ ਜਾਂਦਾ। ਨਹੀਂ ਮਿਲੇ ਤੋ ਮਸਤਕੈ ਇਨ ਬਿਦ ਗੁਜਰ ਕਰਾਏ। ਤੇ ਨਹੀਂ ਤਾਂ ਫਿਰ ਕਈ ਮਹੀਨੇ ਭੁੱਖੇ ਹੀ ਰਹਿਣਾ ਪੈਂਦਾ। ਇਸ ਤਰ੍ਹਾਂ ਸਾਡੇ ਬਜ਼ੁਰਗਾਂ ਨੇ ਗੁਜ਼ਾਰੇ ਕੀਤੇ। ਚੌਪਈ ਗੈਲੇ ਫਿਰੇ ਦੇਖਣ ਹਲਕਾਰੇ। ਤੇ ਜਦੋਂ ਜੰਗਲਾਂ ਵਿੱਚ ਸਿੱਖ ਰਹਿੰਦੇ ਸੀ ਨਾ, ਉਦੋਂ ਹਕੂਮਤ ਨੇ ਆਪਣੇ ਬਹਿਰੂਪੀਏ ਛੱਡੇ ਹੋਏ ਸੀ CID ਵਾਸਤੇ, ਜਿਹੜੇ ਸਿੰਘਾਂ ਦੀ ਖਬਰ ਰੱਖਦੇ ਸੀ, ਸੂਹ ਰੱਖਦੇ ਸੀ। ਦੇਖ ਲਿਆਵੇ ਫੌਜ ਕੋ ਚਾੜੇ। ਤੇ ਜੰਗਲ ਦੇ ਵਿੱਚ ਜੇ ਕਿਤੇ ਸਿੱਖ ਨਜ਼ਰ ਆ ਜਾਣਾ ਤੇ ਖਾਲਸਾ ਜੀ ਉਹਨਾਂ ਨੇ ਫੌਜ ਚੜਾ ਕੇ ਸਿੱਖ ਨੂੰ ਮਾਰਨ ਵਾਸਤੇ ਲੈ ਆਉਣੀ। ਜਿਸੇ ਗ੍ਰਾਮ ਮੈਂ ਸਿੰਘ ਸੁਪਾਵੈ। ਜੇ ਕਿਸੇ ਪਿੰਡ ਵਿੱਚ, ਕਿਸੇ ਸ਼ਹਿਰ ਵਿੱਚ ਕਿਸੇ ਗੁਰੂ ਕੇ ਸਿੱਖ ਨੂੰ ਵੇਖ ਲੈਣਾ, ਭਾਈ ਬੰਦ ਤਿਸ ਸਭੇ ਫੜਾਵੈ। ਖਾਲਸਾ ਜੀ ਕੇਵਲ ਸਿੱਖ ਨਹੀਂ ਸੀ ਫੜਦੇ, ਉਹਦੇ ਸਾਰੇ ਪਰਿਵਾਰ ਨੂੰ ਹੀ ਗ੍ਰਿਫਤਾਰ ਕਰ ਲੈਂਦੇ ਸੀ, ਸਾਰੇ ਰਿਸ਼ਤੇਦਾਰਾਂ ਨੂੰ ਮਾਰ ਲੈਂਦੇ ਸੀ। ਵੇਖੋ ਕਿੰਨਾ ਮੁਸ਼ਕਲਾਂ ਵਾਲਾ ਸਮਾਂ ਆਇਆ। ਅੱਜ ਆਪਾਂ ਦਸਤਾਰਾਂ ਸਜਾਉਂਦੇ ਆ, ਗੁਰੂ ਕੀ ਰਹਿਤ ਰੱਖਦੇ ਆ, ਪਰ ਸੁੱਖ ਨੇ ਤਾਂ ਰੱਖੀ ਜਾਂਦੇ ਆ,
ਪਰ ਖਾਲਸਾ ਜੀ ਸਾਡੇ ਬਜ਼ੁਰਗਾਂ ਨੇ ਉਦੋਂ ਵੀ ਗੁਰੂ ਕੀ ਦਸਤਾਰ ਨਹੀਂ ਲਾਹੀ ਜਦੋਂ ਸਿਰਾਂ ਦੇ ਮੁੱਲ ਪੈਣ ਲੱਗ ਪਏ। ਐਸੀ ਕਮਾਈ ਉਹਨਾਂ ਨੇ ਕਰਕੇ ਵਿਖਾਈ। ਲਿਖ ਨਿਭਾਵ ਤਬ ਐਸ ਫਿਰਾਵਾ। ਖਾਲਸਾ ਜੀ ਇਸ ਤਰ੍ਹਾਂ ਨਵਾਬ ਨੇ, ਲਾਹੌਰ ਦੇ ਬਾਦਸ਼ਾਹ ਨੇ ਇਸ ਤਰ੍ਹਾਂ ਹੁਕਮ ਲਿਖ ਕੇ ਭੇਜ ਦਿੱਤੇ ਸਨ ਲੂਟ ਮਾਫ ਘਰ ਸਿੰਘ ਸੋ ਪਾਵਾ। ਕਿ ਜਾਓ ਸਿੰਘਾਂ ਦੇ ਘਰਾਂ ਨੂੰ ਲੁੱਟ ਲਿਆਓ, ਮੈਂ ਕੋਈ ਮੁਕੱਦਮਾ ਨਹੀਂ ਕਰਾਂਗਾ। ਜਿਸ ਪਰ ਹੋਵੇ ਜਿਸ ਕੇ ਕੇਸ। ਜਿਹਦੇ ਵੀ ਸਿਰ ਤੇ ਤੁਹਾਨੂੰ ਕੇਸ ਨਜ਼ਰ ਆ ਜਾਣ, ਰਹਿਣ ਨਾ ਦੇਨੋ ਆਪਣੇ ਦੇਸ। ਮੈਂ ਕਿਸੇ ਵੀ ਕੇਸਾਧਾਰੀ ਸਿੱਖ ਨੂੰ ਆਪਣੇ ਦੇਸ਼ ਵਿੱਚ ਨਹੀਂ ਰਹਿਣ ਦਿਆਂਗਾ। ਜੋ ਸਿੰਘਨ ਆਏ ਮੋਹਿ ਬਤਾਵੈ। ਤੇ ਜਿਹੜਾ ਕੋਈ ਆ ਕੇ ਮੈਨੂੰ ਕਿਸੇ ਸਿੱਖ ਦੀ ਖਬਰ ਦਵੇਗਾ, ਆਏ ਇਨਾਮ ਸੋ ਮੈਂ ਤੇ ਉਪਾਵੇ। ਤੇ ਮੇਰੇ ਕੋਲੋਂ ਨਾਲ ਦੀ ਨਾਮ ਇਨਾਮ ਲੈ ਕੇ ਜਾਵੇਗਾ ਜਦੋਂ ਕੋਈ ਕਿਸੇ ਸਿੱਖ ਦੀ ਖਬਰ ਦਵੇਗਾ। ਜੋ ਸਿੰਘ ਕੋ ਕੋਈ ਉਤਾਰੇ ਕੇਸ। ਇਹ ਵੀ ਐਲਾਨ ਕਰਤਾ ਵੀ ਜੇ ਤੁਹਾਨੂੰ ਸਿੱਖ ਨਜ਼ਰ ਆ ਜੇ, ਉਹਦੇ ਜੇਕਰ ਕੋਈ ਕੇਸ ਕੱਟ ਕੇ ਲਿਆਵੇਗਾ ਦਿਓ ਦੁਸ਼ਾਲੇ ਉਹ ਵੱਡ ਖੇਸ। ਤਾਂ ਲਾਹੌਰ ਦਰਬਾਰ ਵੱਲੋਂ ਵਸਤਰ ਦਿੱਤੇ ਜਾਣਗੇ, ਦਸ਼ਾਲੇ ਦਿੱਤੇ ਜਾਣਗੇ, ਇਸ ਤਰ੍ਹਾਂ ਸਨਮਾਨ ਕੀਤਾ ਜਾਵੇਗਾ। ਦੋਹਰਾ ਦੱਸਣ ਵਾਲੇ 10 ਰੁਪਏ ਔਰ ਮਾਰਨ ਵਾਲੇ 50। ਲਾਹੌਰ ਦਰਬਾਰ ਨੇ ਕਿਹਾ ਜਿਹੜਾ ਕਿਸੇ ਸਿੱਖ ਦੀ ਖਬਰ ਦਵੇਗਾ ਉਹਨੂੰ 10 ਰੁਪਏ ਇਨਾਮ ਦੇ ਮਿਲਣਗੇ, ਤੇ ਜਿਹੜਾ ਕਿਸੇ ਸਿੱਖ ਨੂੰ ਮਾਰ ਕੇ ਲਿਆਵੇਗਾ ਉਹਦੇ 50 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। 50-50 ਰੁਪਏ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ ਖਾਲਸਾ ਜੀ। ਇਹ ਲਾਲਚ ਤੁਰਕਨ ਦਿਓ ਤਬ ਬਹੁਤ ਸਿੰਘਨ ਭਿਓ ਨਾਸ਼। ਇਹ ਲਾਲਚ ਜਦੋਂ ਹਕੂਮਤ ਨੇ ਦਿੱਤਾ, ਲੋਕ ਲਾਲਚੀ ਹੋ ਗਏ ਤੇ ਸਿੱਖਾਂ ਨੂੰ ਮਾਰਨ ਲੱਗ ਪਏ। ਜੋ ਖੇਤੀ ਕਰਤ ਤੇ ਸਿੰਘ ਸੋ ਪਿੰਡਨ ਮਾਹੇ। ਜਿਹੜੇ ਪਿੰਡਾਂ ਦੇ ਵਿੱਚ ਖਾਲਸਾ ਜੀ ਜ਼ਿਮੀਂਦਾਰਾਂ ਕਰਦੇ ਸੀ, ਖੇਤੀ ਕਰਦੇ ਸਨ, ਤਾਹੂ ਕੋ ਪੀ ਮਾਰੇ ਹੋ ਕੇਸ ਦਿਸੇ ਸਿਰ ਜਾਏ। ਜੇ ਨਜ਼ਰ ਆ ਜਾਣਾ ਵੀ ਇਹ ਖੇਤੀ ਕਰ ਰਿਹਾ, ਕੇਸਾ ਧਾਰੀ ਹੈ, ਸਿੱਖ ਹੈ, ਬਸ ਜਾ ਕਰਕੇ ਉਹਦੀ ਗਰਦਨ ਉਤਾਰ ਦਿੰਦੇ ਸੀ, ਮਾਰ ਦਿੰਦੇ ਸੀ। ਜੋ ਪਈ ਐਸੋ ਹੁਕਮ ਨਵਾਬ ਲਿਖਾਇਆ। ਇਸ ਤਰ੍ਹਾਂ ਦਾ ਹੁਕਮ ਮੌਕੇ ਦੇ ਨਵਾਬ ਬਾਦਸ਼ਾਹ ਨੇ ਲਿਖ ਕੇ ਦੇ ਦਿੱਤਾ ਸੀ। ਚਾਰੋ ਔਰ ਲਾਹੌਰ ਪਠਾਇਆ। ਤੇ ਲਾਹੌਰ ਦੇ ਚਾਰੋਂ ਤਰਫ ਉਹਨੇ ਆਪਣੇ ਖਬਰੀ ਭੇਜ ਦਿੱਤੇ ਸਨ। ਖੇਤੀ ਵਣਜ ਕਰੇ ਜੇ ਕੋਈ। ਤੇ ਜੇ ਕਿਤੇ ਕੋਈ ਖੇਤੀ ਕਰਦਾ ਨਜ਼ਰ ਆ ਜਾਂਦਾ, ਕੇਸਨ ਵਾਲਾ ਛੱਡੋ ਨਾ ਕੋਈ। ਕਹਿੰਦਾ ਕੋਈ ਵੀ ਕੇਸਾ ਧਾਰੀ ਹੋਵੇ, ਭਾਵੇਂ ਛੋਟਾ ਬੱਚਾ ਹੋਵੇ, ਭਾਵੇਂ ਜਵਾਨ ਹੋਵੇ, ਭਾਵੇਂ ਬਜ਼ੁਰਗ ਹੋਵੇ, ਪਰ ਜਿਹਦੇ ਵੀ ਸਿਰ ਤੇ ਕੇਸ ਨਜ਼ਰ ਆਉਣ ਉਹਨੂੰ ਮਾਰ ਦਿਓ, ਉਹਨੂੰ ਕਤਲ ਕਰ ਦਿਓ। ਖਾਲਸਾ ਜੀ ਕੇਸਾਂ ਪਿੱਛੇ ਕਿੰਨੇ ਕੇ ਸਿੱਖ ਸ਼ਹੀਦ ਹੋਏ ਨੇ, ਉਹਨਾਂ ਦੀ ਗਿਣਤੀ ਕਰਨੀ ਨਾਮੁਮਕਿਨ ਹੈ। ਇੰਨੇ ਕੇ ਸਿੱਖਾਂ ਨੇ ਕੇਸਾਂ ਦੇ ਪਿੱਛੇ ਸ਼ਹੀਦੀਆਂ ਦੇ ਦਿੱਤੀਆਂ। ਤੇ ਜਦੋਂ ਅੱਜ ਬਾਹਰਲੀ ਚਮਕ ਧਮਕ ਪਿੱਛੇ ਲੱਗ ਕੇ ਕੋਈ ਕੇਸ ਕਤਲ ਕਰਵਾ ਕੇ ਆਉਂਦਾ ਹੈ, ਇੱਕ ਗੱਲ ਚੇਤੇ ਰੱਖੇ ਵੀ ਉਹ ਕੇਸ ਨਹੀਂ ਕਟਵਾਉਂਦਾ, ਉਹਨਾਂ ਸ਼ਹੀਦਾਂ ਦੇ ਲਹੂ ਦੇ ਨਾਲ, ਖੂਨ ਦੇ ਨਾਲ ਆਪਣੇ ਹੱਥ ਵੀ ਰੰਗ ਲੈਂਦਾ। ਕਿਉਂਕਿ ਇਨ੍ਹਾਂ ਕੇਸਾਂ ਪਿੱਛੇ ਇਤਨੇ ਵੱਡੇ ਗਿਣਤੀ ਦੇ ਵਿੱਚ ਸਿੱਖਾਂ ਨੇ ਆਪਣੀਆਂ ਸਹੂਲਤਾਂ ਨਹੀਂ ਵੇਖੀਆਂ, ਆਪਣੇ ਪਰਿਵਾਰ ਨਹੀਂ ਵੇਖੇ, ਆਪਣੇ ਬੱਚੇ ਨਹੀਂ ਵੇਖੇ, ਬਲਕਿ ਕੇਸਾਂ ਦੇ ਪਿੱਛੇ ਇਤਨੀਆਂ ਵੱਡੀਆਂ ਸ਼ਹੀਦੀਆਂ ਦੇ ਦਿੱਤੀਆਂ। ਸਿੰਘਨ ਖੂਨ ਮਾਪ ਹਮ ਕੀਨੇ। ਨਵਾਬ ਨੇ ਕਿਹਾ ਜਿਹੜਾ ਕਿਸੇ ਸਿੰਘ ਨੂੰ ਜਾ ਕੇ ਮਾਰੇਗਾ, ਮੈਂ ਉਹਦੇ ਤੇ ਕੋਈ ਮੁਕੱਦਮਾ ਨਹੀਂ ਕਰਾਂਗਾ। ਜਿੱਥੇ ਕੋਈ ਸਿੱਖ ਕੇਸਾ ਧਾਰੀ ਨਜ਼ਰ ਆਉਂਦਾ ਹੈ, ਜਾ ਕੇ ਉਸ ਨੂੰ ਕਤਲ ਕਰ ਦਿਓ। ਜਿਤ ਲੱਭੇ ਤਿਤ ਮਾਰੋ ਚੀਨੇ। ਜਿੱਥੇ ਹੀ ਨਜ਼ਰ ਆਵੇ ਜਾ ਕੇ ਉਸੇ ਵਕਤ ਉਹਦੀ ਗਰਦਨ ਉਤਾਰ ਦਿਓ। ਲੂਟ ਕੂਟ ਉਸ ਮਾਪ ਹਮ ਕਰੀ। ਤੇ ਜਿਹੜਾ ਕਿਸੇ ਸਿੱਖ ਦੇ ਘਰ ਨੂੰ ਲੁੱਟੇਗਾ ਉਹਦੇ ਤੇ ਵੀ ਕੋਈ ਮੁਕੱਦਮਾ ਨਹੀਂ ਹੋਵੇਗਾ। ਅਮਰੀ ਲਿਖਤ ਇਹ ਜਾਨੋ ਖਰੀ। ਇਹ ਮੇਰੇ ਦਰਬਾਰ ਵੱਲੋਂ, ਲਾਹੌਰ ਦਰਬਾਰ ਵੱਲੋਂ ਇਹ ਲਿਖਤ ਨੂੰ ਆਪਣੇ ਮਨਾਂ ਵਿੱਚ ਧਾਰ ਲਓ। ਦੋਹਰਾ ਜਾਬਦ ਜਦ ਨਵਾਬ ਲਾਲਚ ਕਿਹੋ। ਜਦੋਂ ਹਿੰਦੂ ਜਟਨ ਬੁਲਾਏ। ਜਦੋਂ ਸਮੇਂ ਦੇ ਹਿੰਦੂਆਂ ਨੂੰ, ਸਮੇਂ ਦੇ ਜੱਟ ਬੂਟਾਂ ਨੂੰ ਬੁਲਾ ਕੇ ਨਵਾਬ ਨੇ ਇਸ ਤਰ੍ਹਾਂ ਲਾਲਚ ਦੇ ਦਿੱਤਾ। ਦੇਵੇ ਸਿੰਘਨ ਪਕੜ ਕੇ ਲਾਹੌਰ ਚੁਕਈ ਪਹੁੰਚਾਏ। ਸਾਰੇ ਹੀ ਲੋਕ ਸਿੱਖਾਂ ਦੇ ਵੈਰੀ ਹੋ ਗਏ, ਪੱਤਾ ਪੱਤਾ ਸਿੱਖਾਂ ਦਾ ਵੈਰੀ ਹੋ ਗਿਆ, ਖਾਲਸੇ ਦਾ ਪੱਤਾ ਪੱਤਾ ਵੈਰੀ ਹੋ ਗਿਆ। ਕੋਈ ਵੀ ਖਾਲਸੇ ਦਾ ਮਿੱਤਰ ਨਜ਼ਰ ਨਹੀਂ ਆਉਂਦਾ। ਜਿਹੜਾ ਵੀ ਗੁਰੂ ਕੇ ਸਿੱਖ ਨੂੰ ਵੇਖਦਾ,
ਪਕੜ ਕਰਕੇ ਲਾਹੌਰ ਦਰਬਾਰ 'ਚ ਪੇਸ਼ ਕਰਕੇ ਆਪਣਾ ਇਨਾਮ ਲੈ ਲੈਂਦਾ। ਚੌਪਈ ਜੰਡਿਆਲੇ ਵਾਲ ਬਹੁਤ ਫੜਵਾਏ। ਆ ਜਿਹੜੇ ਜੰਡਿਆਲੇ ਦੇ ਹਰ ਭਗਤ ਨਰੰਜਨੀਏ, ਇਹ ਜੰਡਿਆਲੇ ਵਾਲਿਆਂ ਨੇ ਬਹੁਤ ਸਿੱਖਾਂ ਦਾ ਨਾਸ ਕਰਵਾਇਆ ਸੀ। ਉਤੇ ਗੁਰੂ ਇੱਕ ਸਿੱਖ ਕਹਾਵੇ। ਇਹ ਜਿਹੜੇ ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਪਏ ਸੀ, ਜੰਡਿਆਲੇ ਵਾਲੇ ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਪਏ ਸਨ। ਹਰ ਭਗਤ ਨਰੰਜਨੀਓ ਸੋ ਕਹਾਵੇ। ਤੇ ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਹਰ ਭਗਤ ਨਰੰਜਨੀਏ ਆ, ਹਰੀ ਦੇ ਭਗਤ ਹਾਂ। ਸੋ ਆਗੇ ਹੋਏ ਸਿੰਘ ਨ ਫੜਾਵੇ। ਪਰ ਕਹਿੰਦੇ ਐਸੇ ਹਰ ਭਗਤ ਨਰੰਜਨੀਏ, ਕਹਿੰਦੇ ਜਿਨ੍ਹਾਂ ਨੇ ਅੱਗੇ ਹੋ ਕਰਕੇ ਸਿੱਖਾਂ ਨੂੰ ਮਰਵਾਇਆ, ਜਿਨ੍ਹਾਂ ਨੇ ਅੱਗੇ ਹੋ ਕੇ ਸਿੱਖਾਂ ਦਾ ਕਤਲ ਕਰਵਾਇਆ। ਹਮਰਾ ਪਿੰਡ ਦੇ ਉਬਾਰ ਲੁਟਾਇਆ। ਭਾਈ ਰਤਨ ਸਿੰਘ ਭੰਗੂ ਕਹਿੰਦੇ ਜੋ ਮੇਰਾ ਪਿੰਡ ਸੀ ਨਾ ਮੀਰਾਂ ਕੋਟ, ਕਹਿੰਦੇ ਇਸ ਮੀਰਾਂ ਕੋਟ ਪਿੰਡ ਦੇ ਵਿੱਚ ਵੀ ਇਹ ਜੰਡਿਆਲੇ ਵਾਲੇ ਫੌਜ ਚੜਾ ਕੇ ਲਗਾਏ ਸਨ। ਪਿਤਾ ਹਮਾਰਾ ਕਾਟ ਸਟਾਇਆ। ਜੋ ਮੇਰੇ ਪਿਤਾ ਸਨ, ਭਾਈ ਰਤਨ ਸਿੰਘ ਭੰਗੂ ਦੱਸ ਰਹੇ ਕਿ ਜੋ ਮੇਰੇ ਪਿਤਾ ਰਾਏ ਸਿੰਘ ਸਨ, ਉਹਨਾਂ ਦਾ ਸਿਰ ਵੱਢ ਕੇ ਇਹਨਾਂ ਨੇ ਲਾਹੌਰ ਦਰਬਾਰ ਵਿੱਚ ਪੇਸ਼ ਕੀਤਾ ਸੀ ਜੰਡਿਆਲੇ ਦੇ ਹਰ ਭਗਤ ਨਰੰਜਨੀਆਂ ਨੇ। ਮਜੀਠੇ ਕੇ ਜੱਟ ਸੋ ਰਾਖੇ ਬੈਰ। ਤੇ ਜਿਹੜੇ ਮਜੀਠੇ ਦੇ ਵਿੱਚ ਰਹਿਣ ਵਾਲੇ ਜੱਟ ਸਨ, ਉਹਨਾਂ ਨੇ ਵੀ ਗੁਰੂ ਖਾਲਸਾ ਪੰਥ ਨਾਲ ਬਹੁਤ ਧਰੋ ਕਮਾਇਆ, ਸਿੱਖਾਂ ਦੀ ਖਬਰਾਂ ਦੇ ਕੇ ਸਿੱਖਾਂ ਨੂੰ ਸ਼ਹੀਦ ਕਰਵਾਇਆ। ਮਾਰਾ ਦਾਦਾ ਫੜ ਦਿਓ ਲਾਹੌਰ। ਜੋ ਮੇਰੇ ਦਾਦਾ ਜੀ ਸਨ ਭਾਈ ਮਹਿਤਾਬ ਸਿੰਘ, ਜਿਨ੍ਹਾਂ ਮੱਸੇ ਰੰਗੜ ਦਾ ਸਿਰ ਵੱਢਿਆ, ਭਾਈ ਰਤਨ ਸਿੰਘ ਭੰਗੂ ਕਹਿੰਦੇ ਮੇਰੇ ਦਾਦਾ ਭਾਈ ਮਹਿਤਾਬ ਸਿੰਘ ਨੂੰ ਵੀ ਇਨ੍ਹਾਂ ਮਜੀਠੇ ਵਾਲਿਆਂ ਨੇ ਗ੍ਰਿਫਤਾਰ ਕਰਵਾ ਕੇ ਮਰਵਾ ਦਿੱਤਾ ਸੀ। ਦੋਰਾ ਦੀਨੋਂ ਚਰਖ ਚੜਾਏ ਤਿੰਨ ਤਾਰੂ ਸਿੰਘ ਕੇ ਸਾਥ। ਚਰਖੜੀ ਦੇ ਉੱਤੇ ਚਾੜ ਕੇ ਮੇਰੇ ਦਾਦੇ ਮਹਿਤਾਬ ਸਿੰਘ ਨੂੰ ਭਾਈ ਤਾਰੂ ਸਿੰਘ ਦੇ ਨਾਲ ਸ਼ਹੀਦ ਕੀਤਾ ਗਿਆ ਸੀ। ਨਵਾਬ ਤਬੇ ਪੇਟ ਪੀੜਿਆ ਤੜਪ ਮੁਆ ਦਿਨ ਰਾਤ। ਭਾਈ ਰਤਨ ਸਿੰਘ ਭੰਗੂ ਦੱਸਦੇ ਵੀ ਭਾਈ ਤਾਰੂ ਸਿੰਘ ਹੋਣਾ ਦਾ ਖੋਪੜ ਲੈਣ ਤੋਂ ਬਾਅਦ ਹੀ ਫਿਰ ਉਸ ਜ਼ਕਰੀਆ ਖਾਨ ਦੇ ਨਵਾਬ ਦੇ ਪੇਟ ਵਿੱਚ ਦਰਦਾਂ ਉੱਠੀਆਂ ਸੀ, ਸੂਲਾਂ ਉੱਠੀਆਂ ਸੀ, ਜਦੋਂ ਭਾਈ ਤਾਰੂ ਸਿੰਘ ਦੀ ਫਿਰ ਜੁੱਤੀ ਮਾਰੀ ਗਈ ਉਹਦੇ ਸਿਰ ਤੇ। ਉਹ ਵੀ ਆਪਾਂ ਇਤਿਹਾਸ ਅੱਗੇ ਪ੍ਰਸੰਗ ਦੇ ਵਿੱਚ ਸਰਵਣ ਕਰਾਂਗੇ। ਚੌਪਈ ਕਰਮਾ ਛੀਨਾ ਛੀਨੀ ਰਹੇ। ਤੇ ਛੀਨੇ ਦਾ ਰਹਿਣ ਵਾਲਾ ਸੀ ਇੱਕ ਕਰਮਾ, ਇਹਨੇ ਵੀ ਬੜਾ ਧਰੋ ਕਮਾਇਆ। ਬੇਦੋਸੇ ਸਿੰਘਨ ਮਾਰਤ ਵਹੇ। ਬਿਨਾਂ ਕਿਸੇ ਦੋਸ਼ ਤੋਂ ਸਿੰਘਾਂ ਨੂੰ ਇਹ ਮਾਰਦਾ ਰਿਹਾ। ਰਾਜੇ ਸਾਂਸੀ ਕੇ ਸਿੰਘ ਬਹੁ ਮਾਰੇ। ਤੇ ਜਿੱਥੇ ਅੱਜ ਰਾਜਾ ਸਾਂਸੀ ਹੈ ਅੰਮ੍ਰਿਤਸਰ ਦੇ ਕੋਲ, ਜਿੱਥੇ 에ਅਰਪੋਰਟ ਬਣਿਆ ਰਾਜਾ ਸਾਂਸੀ 에ਅਰਪੋਰਟ, ਕਹਿੰਦੇ ਉਸ ਇਲਾਕੇ ਦੇ ਵਿੱਚ ਵੀ ਇਹਨਾਂ ਨੇ ਬਹੁਤ ਸਿੱਖਾਂ ਨੂੰ ਮਰਵਾਇਆ ਸੀ। ਖਾਲਸੇ ਅੱਗੇ ਭਈ ਪੁਕਾਰੇ। ਉਦੋਂ ਫਿਰ ਗੁਰੂ ਕੇ ਆਮ ਜਿਹੜੇ ਪਰਿਵਾਰਕ ਸਿੱਖ ਸੀ, ਉਹਨਾਂ ਖਾਲਸੇ ਪੰਥ ਕੋਲ ਜਾ ਕੇ ਬੇਨਤੀ ਕੀਤੀ। ਦੁਸ਼ਟ ਬੋਤ ਥੋਰਾ ਰੰਧਾਵਾ। ਇੱਕ ਰਾਮਾ ਰੰਧਾਵਾ ਹੋਇਆ, ਇਹ ਵੀ ਬੜਾ ਦੁਸ਼ਟ ਸੀ, ਸਿੰਘਾਂ ਨਾਲ ਵੈਰ ਕਮਾਉਂਦਾ ਸੀ। 300 ਕਿਲਾ ਜਿਹਨੇ ਆਪ ਬਣਾਇਆ। ਇਹਨੇ ਆਪਣਾ ਕਿਲਾ ਬਣਵਾਇਆ ਹੋਇਆ ਸੀ। ਵੈ ਸਿੰਘਨ ਕੋ ਬਹੁਤ ਅਕਾਵੈ। ਇਹ ਵੀ ਸਿੰਘਾਂ ਨੂੰ ਬਹੁਤ ਖਬਰਾਂ ਦੇ ਕੇ ਦਰਬਾਰ ਕੋਲ ਸਰਕਾਰ ਕੋਲ ਸਿੰਘਾਂ ਨੂੰ ਮਰਵਾਉਂਦਾ ਰਿਹਾ। ਆਪੇ ਪਕੜੇ ਆਪ ਮਾਰਾਵੇ। ਤੇ ਬਾਅਦ ਵਿੱਚ ਫਿਰ ਰਾਮੇ ਰੰਧਾਵੇ ਨੇ ਖੁਦ ਹੀ ਸਿੱਖਾਂ ਨੂੰ ਗ੍ਰਿਫਤਾਰ ਕਰਨਾ ਤੇ ਖੁਦ ਹੀ ਮਾਰ ਦੇਣਾ। ਇਹਨੇ ਕਹਾਣੀ ਜਗਤ ਚਲਾਈ। ਉਦੋਂ ਫਿਰ ਕਹਿੰਦੇ ਇੱਕ ਕਹਾਣੀ ਪ੍ਰਚਲਿਤ ਹੋ ਗਈ ਸਿੱਖਾਂ ਵਿੱਚ। ਰਾਮੇ ਦੇਸ ਨ ਜਾਇਓ ਭਾਈ। ਸਾਰੇ ਸਿੱਖ ਇੱਕ ਦੂਜੇ ਨੂੰ ਕਹਿਣ ਲੱਗ ਪਏ ਰਾਮੇ ਦੇਸ ਨਾ ਜਾਇਓ ਭਾਈ, ਵੀ ਰਾਮੇ ਰੰਧਾਵੇ ਦੇ ਇਲਾਕੇ ਨਾ ਜਾਇਓ, ਬੜੀ ਚਲਾਕੀ ਦੇ ਨਾਲ ਸਿੱਖਾਂ ਨੂੰ ਕਤਲ ਕਰਦਾ ਹੈ। ਹਮ ਰਾਮੇ ਦੇਸ ਨ ਜਾਵੇਂਗੇ। ਇਹ ਫਿਰ ਉਦੋਂ ਆਮ ਗੁਰੂ ਕੇ ਸਿੱਖ ਆਪਸ ਵਿੱਚ ਲੋਕੀ ਬੋਲੀ ਦੇ ਵਿੱਚ ਬੋਲਣ ਲੱਗ ਪਏ ਹਮ ਰਾਮੇ ਦੇਸ਼ ਨਾ ਜਾਵੇਂਗੇ, ਵੀ ਅਸੀਂ ਉਹਦੇ ਦੇਸ਼ ਕਦੇ ਨਹੀਂ ਜਾਵਾਂਗੇ। ਡੇਲਾ ਬਾਟਾ ਮਾਝੇ ਕੋ ਖਾਵਾਂਗੇ। ਕਹਿੰਦੇ ਡੇਲਾ ਬਾਟਾ ਮਾਝੇ ਕੋ ਖਾਵਾਂਗੇ, ਵੀ ਇੱਥੇ ਭਾਵੇਂ ਪੱਤੇ ਖਾ ਕੇ ਗੁਜ਼ਾਰਾ ਕਰਨਾ ਪੈ ਜੇ ਪਰ ਉਹਦੇ ਦੇਸ਼ ਨਹੀਂ ਜਾਂਦੇ ਹਜੇ। ਰਹਿ ਜੋਦਾ ਨਗਰੀ ਧਰਮ ਸੁਦਾਸ। ਸੋ ਖਾਲਸਾ ਜੀ ਇਹ ਉੱਥੇ ਇਸ ਤਰ੍ਹਾਂ ਦੀਆਂ ਕਹਾਵਤਾਂ ਚੱਲ ਪਈਆਂ ਤੇ ਪਿੰਡ ਦੇ ਵਿੱਚ ਇੱਕ ਕਹਿੰਦੇ ਸੀ ਧਰਮਦਾਸ ਵੀ ਵਸਦਾ ਸੀਗਾ। ਉਹ ਧਰਮਦਾਸ ਨੇ ਵੀ ਬੜਾ ਧਰੋ ਕਮਾਇਆ। ਕੀਨੋ ਚਾਹੋ ਸੋ ਸਿੰਘਨ ਨਾਸ। ਉਹਨੇ ਵੀ ਬੜੇ ਸਿੰਘਾਂ ਦਾ ਖਾਤਮਾ ਕਰਾਇਆ ਧਰਮਦਾਸ ਨੇ। ਮੱਸਾ ਰੰਗੜ ਰਹਿਓ ਮੰਡਿਆਲੇ। ਹੁਣ ਇੱਕ ਮੰਡਿਆਲਾ ਪਿੰਡ ਹੈ ਤਰਨਤਾਰਨ ਕੋਲ, ਮੰਡਿਆਲੀ ਪਿੰਡ ਦੇ ਵਿੱਚ ਮੱਸਾ ਰੰਗੜ ਰਹਿੰਦਾ ਸੀ। ਕਹੇ ਬੇਅਦਬੀ ਆਏ ਦਰਬਾਰੇ ਨਾਲੇ। ਮੱਸਾ ਰੰਗੜ ਕਹਿੰਦਾ ਵੀ ਹੁਣ ਮੈਂ ਜਾ ਕੇ
ਹਰਮੰਦਰ ਸਾਹਿਬ ਬੇਅਦਬੀ ਕਰਾਂਗਾ। ਦੋਹਰਾ ਸਾਹਿਬ ਰਾਏ ਸੰਦੂਹ ਤੋਂ ਬਸੇ ਨੁਸ਼ਹਿਰੇ ਗਾਏ। ਜਿਹੜਾ ਨਸ਼ਹਿਰੇ ਦਾ ਚੌਧਰੀ ਸੀ ਸਾਹਿਬ ਰਾਏ ਸੰਧੂ, ਕਹਿੰਦੇ ਇਹ ਮੱਸੇ ਰੰਗੜ ਨਾਲ ਮਿਲ ਗਿਆ। ਪੜ ਪੜ ਸਿੰਘਨ ਵੈ ਕਟੇ ਸਿਰ ਦੇ ਲਾਹੌਰ ਪਹੁੰਚਾਏ। ਖਾਲਸਾ ਜੀ ਇਸ ਸਾਹਿਬ ਰਾਏ ਚੌਧਰੀ ਨੇ ਰਾਤਾਂ ਨੂੰ ਜਾ ਕੇ ਸਿੱਖਾਂ ਦੇ ਘਰਾਂ ਦੇ ਬੂਹੇ ਖੜਕਾਉਣੇ ਤੇ ਜਦੋਂ ਬੂਹਾ ਖੁੱਲਣਾ ਇਹਨੇ ਜਾਂਦਿਆਂ ਹੀ ਸਿੱਖਾਂ ਦੇ ਸਿਰ ਵੱਢ ਦੇਣੇ। ਖਾਲਸਾ ਜੀ ਇਸ ਤਰ੍ਹਾਂ ਸਿਰ ਵੱਢ ਕੇ ਫਿਰ ਲਾਹੌਰ ਦਰਬਾਰ ਵਿੱਚ ਲਿਜਾ ਕੇ ਉਹਨਾਂ ਦੇ 50-50 ਰੁਪਏ ਪੈਸੇ ਲੈਂਦਾ ਰਿਹਾ ਇਨਾਮ ਵਜੋਂ। ਖਾਲਸਾ ਜੀ ਤੇ ਜੇ ਕਿਤੇ ਗੁਰੂ ਕਾ ਸਿੱਖ ਸਿੰਘ ਨਜ਼ਰ ਨਾ ਆਉਣਾ, ਕਹਿੰਦੇ ਕੋਈ ਬੀਬੀ ਨਜ਼ਰ ਆ ਜਾਣੀ, ਇਹਨੇ ਉਹਦਾ ਸਿਰ ਵੱਢ ਦੇਣਾ, ਕੋਈ ਬੱਚਾ ਨਜ਼ਰ ਆ ਦੇਣਾ, ਉਹਦਾ ਸਿਰ ਵੱਢ ਦੇਣਾ। ਤੇ ਜਦੋਂ ਹਕੂਮਤ ਨੇ ਪੁੱਛਣਾ ਵੀ ਇਹਦੇ ਮੂੰਹ ਤੇ ਤਾਂ ਕੋਈ ਦਾੜੀ ਨਹੀਂ, ਤੇ ਇਹਨੇ ਕਹਿ ਦੇਣਾ ਜਨਾਬ ਇਹ ਅਣਦਾੜੀਆ ਸਿੱਖ ਹੈ, ਇਹਦੇ ਦਾੜੀ ਨਹੀਂ ਆਈ, ਇਹ ਵੀ ਸਿੱਖ ਹੀ ਹੈ ਪਰ ਮੈਨੂੰ ਇਹਦੇ ਇਨਾਮ ਦੇ ਦਿਓ। ਇਸ ਤਰ੍ਹਾਂ ਕਹਿੰਦੇ ਬੜੀ ਬੇਰਹਿਮੀ ਦੇ ਨਾਲ ਸਿੱਖਾਂ ਨੂੰ ਮਾਰ ਕੇ ਸਿੱਖਾਂ ਦੇ ਸਿਰ ਕੱਟ ਕੇ ਲਾਹੌਰ ਲਿਜਾ ਕੇ ਇਨਾਮ ਲੈਂਦਾ ਰਿਹਾ। ਤਾਰੂ ਸਿੰਘ ਪਰ ਚੁਗਲੀ ਖਾਈ। ਇਸੇ ਸਾਹਿਬ ਰਾਏ ਚੌਧਰੀ ਨੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਬਾਰੇ ਚੁਗਲੀ ਕੀਤੀ ਸੀ ਸਰਕਾਰ ਕੋਲ, ਤੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਵਾਇਆ ਸੀ। ਤੁਰਕਨ ਕੀ ਉਨ ਮੋ ਫੌਜ ਮਗਾਈ। ਇੰਨੇ ਹੀ ਤੁਰਕਾਂ ਦੀ ਫੌਜ ਬੁਲਵਾ ਕੇ ਤਾਰੂ ਸਿੰਘ ਜੀ ਨੂੰ ਪਕੜਾਇਆ। ਆਏ ਤੁਰਕਨ ਸੋ ਲਿਓ ਗਵਾਹੇ। ਖਾਲਸਾ ਜੀ ਇੰਨੇ ਹੀ ਗਵਾਹੀਆਂ ਦਿੱਤੀਆਂ ਭਾਈ ਤਾਰੂ ਸਿੰਘ ਜੀ ਦੇ ਖਿਲਾਫ। ਲਾਹੌਰ ਮੱਧ ਸੋ ਦਿਓ ਪਹੁੰਚਾਏ। ਤੇ ਭਾਈ ਤਾਰੂ ਸਿੰਘ ਸਾਹਿਬ ਜੀ ਨੂੰ ਲਾਹੌਰ ਪਹੁੰਚਾ ਦਿੱਤਾ, ਜਿੱਥੇ ਫਿਰ ਫਤਵਾ ਜਾਰੀ ਹੋਇਆ ਕਿ ਇਸ ਗੁਰੂ ਕੇ ਸਿੱਖ ਦਾ ਖੋਪੜ ਲਾ ਦਿਓ। ਪਰ ਭਾਈ ਤਾਰੂ ਸਿੰਘ ਦਾ ਖੋਪੜ ਤੇ ਲੈ ਗਿਆ, ਪਰ ਗੁਰੂ ਕੇ ਸੂਰਮੇ ਸਿੱਖ ਨੇ ਕੇਸ ਨਹੀਂ ਕੱਟਣ ਦਿੱਤੇ ਤੇ 21 ਦਿਨ ਬਿਨਾ ਖੋਪੜ ਤੋਂ ਭਾਈ ਤਾਰੂ ਸਿੰਘ ਜੀ ਜਿਉਂਦੇ ਰਹੇ ਤੇ ਜਪਜੀ ਸਾਹਿਬ ਦਾ ਪਾਠ ਜ਼ਬਾਨ ਤੋਂ ਲਗਾਤਾਰ ਚੱਲਦਾ ਰਿਹਾ। ਖਾਲਸਾ ਜੀ ਇਸ ਤਰ੍ਹਾਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਵੀ ਸਾਹਿਬ ਰਾਏ ਚੌਧਰੀ ਨੇ ਜਾ ਕਰਕੇ ਸਰਕਾਰ ਨੂੰ ਚੁਗਲੀ ਕੀਤੀ ਸੀ। ਦੋਹਰਾ ਸੁਨੋ ਸੋ ਪੁਰਖ ਖਾਲਸੇ ਜਿਮ ਥੋੜਨ ਬਹੁਤੇ ਜੀਤ। ਹੁਣ ਭਾਈ ਰਤਨ ਸਿੰਘ ਭੰਗੂ ਕਹਿੰਦੇ ਇਹ ਤੇ ਮੈਂ ਦੱਸਿਆ ਉਹਨਾਂ ਸਮਿਆਂ ਦੇ ਹਾਲਾਤਾਂ ਨੂੰ ਕਿ ਜਦੋਂ ਖਾਲਸੇ ਦਾ ਪਤਾ ਵੈਰੀ ਹੋ ਗਿਆ, ਕੇਵਲ 8 ਕੋ 100 ਸਿੰਘ ਗੁਰੂ ਕਾ ਸਿੱਖ ਰਹਿ ਗਿਆ, ਇੰਨੇ ਸਿੱਖ ਕਤਲ ਕਰ ਦਿੱਤੇ ਗਏ ਪਿੰਡਾਂ ਵਿੱਚ ਸ਼ਹਿਰਾਂ ਵਿੱਚ। ਭਾਈ ਰਤਨ ਸਿੰਘ ਭੰਗੂ ਕਹਿੰਦੇ ਪਰ ਗੁਰੂ ਕਾ ਖਾਲਸਾ ਉਦੋਂ ਵੀ ਮਰਿਆ ਨਹੀਂ, ਉਦੋਂ ਵੀ ਖਤਮ ਨਹੀਂ ਹੋਇਆ। ਕਹਿੰਦੇ ਭਾਵੇਂ ਮੁੱਠੀ ਭਰ ਗੁਰੂ ਕੇ ਸਿੱਖ ਸੀ, ਪਰ ਮੌਕੇ ਦੀ ਸਰਕਾਰ ਦਾ ਡਟ ਕੇ ਟਾਕਰਾ ਮੁਕਾਬਲਾ ਕਰਦੇ ਰਹੇ। ਭਾਈ ਰਤਨ ਸਿੰਘ ਭੰਗੂ ਕਹਿੰਦੇ ਹੁਣ ਮੈਂ ਉਹ ਇਤਿਹਾਸ ਦੱਸਣ ਜਾ ਰਿਹਾ ਜਦੋਂ ਦੋ ਸਿੱਖਾਂ ਦੀਆਂ ਜੋੜੀਆਂ ਵੀ ਗਈਆਂ ਤੇ ਦੋ ਗੁਰੂ ਕੇ ਸਿੱਖ ਜਾ ਕੇ ਸਾਹਮਣੇ ਪਲੰਘੇ ਤੇ ਬੈਠੇ ਹੋਏ ਦੁਸ਼ਟ ਬਾਦਸ਼ਾਹਾਂ ਦੀਆਂ ਧੌਣਾਂ ਵੱਢਦੇ ਰਹੇ। ਭਾਵ ਭਾਈ ਸਾਹਿਬ ਭਾਈ ਸੁੱਖਾ ਸਿੰਘ, ਭਾਈ ਸਾਹਿਬ ਭਾਈ ਮਹਿਤਾਬ ਸਿੰਘ, ਜਿਨ੍ਹਾਂ ਮੱਸੇ ਰੰਗੜ ਦੀ ਜਾ ਕਰਕੇ ਖਾਲਸਾ ਜੀ ਗਰਦਨ ਹੀ ਉਤਾਰ ਦਿੱਤੀ। ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਮੈਂ ਹੁਣ ਉਹ ਸਿੱਖਾਂ ਬਾਰੇ ਦੱਸ ਰਿਹਾ ਜਿਹੜੇ ਗਿਣਤੀ ਵਿੱਚ ਭਾਵੇਂ ਘੱਟ ਨੇ ਪਰ ਹੌਸਲੇ ਬੁਲੰਦ ਨੇ। ਥੋੜੀ ਗਿਣਤੀ ਵਾਲਿਆਂ ਨੇ ਕਿਸ ਤਰ੍ਹਾਂ ਵੱਡੀਆਂ ਸਰਕਾਰਾਂ ਨੂੰ ਜਿੱਤ ਲਿਆ ਪਰ ਸਿੱਖੀ ਤੋਂ ਨਹੀਂ ਡੋਲੇ, ਤਾਂ ਵੀ ਗੁਰੂ ਖਾਲਸਾ ਪੰਥ ਦੀ ਰਹਿਤ ਤੇ ਪਹਿਰਾ ਦਿੰਦੇ ਰਹੇ। ਉਹ ਇਤਿਹਾਸ ਹੁਣ ਭਾਈ ਸੁਣਨਾ ਕਰੋ। ਹਮਰੇ ਦਾਦੇ ਥੋਕਿਓ ਮਰਨ ਧਰਮ ਧਰ ਚੀਤ। ਭਾਈ ਰਤਨ ਸਿੰਘ ਭੰਗੂ ਕਹਿੰਦੇ ਜੋ ਮੇਰੇ ਦਾਦਾ ਜੀ ਨੇ ਨਾ ਭਾਈ ਸਾਹਿਬ ਭਾਈ ਮਹਿਤਾਬ ਸਿੰਘ ਜੀ ਭੰਗੂ ਮੀਰਾ ਕੋਟੀਏ, ਜਿਨ੍ਹਾਂ ਮੱਸੇ ਰੰਗੜ ਦਾ ਸਿਰ ਵੱਢਿਆ, ਹਰਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ। ਕਹਿੰਦੇ ਮੇਰੇ ਦਾਦਾ ਭਾਈ ਮਹਿਤਾਬ ਸਿੰਘ ਨੇ ਇਹ ਧਾਰਨ ਕਰ ਲਿਆ ਸੀ ਵੀ ਹੁਣ ਮਰਾਂਗੇ ਤੇ ਧਰਮ ਵਾਸਤੇ ਮਰਾਂਗੇ, ਉਦਾਂ ਨਹੀਂ। ਜੇ ਸਿਰ ਧੜ ਦੀ ਬਾਜੀ ਵੀ ਲਾਉਣੀ ਪੈ ਗਈ ਤੇ ਪਿੱਛੇ ਨਹੀਂ ਹਟਾਂਗੇ। ਨਵਾਬ ਸੁਖਾਨ ਬਹਾਦਰ ਸਿੰਘਰ ਪਰ ਕੀਓ ਜੋਰ। ਜਦੋਂ ਲਾਹੌਰ ਦੇ ਸੂਬੇਦਾਰ ਨਵਾਬ ਖਾਨ ਬਹਾਦਰ ਨੇ ਸਿੰਘਾਂ ਉੱਤੇ ਅਤਿਆਚਾਰ ਕਰਨੇ, ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਏਮਾ ਮੁਲਖਨ ਬੁਲਾਏ ਕੇ ਲਿਖਿਓ ਵਿੱਚ ਲਾਹੌਰ। ਤੇ ਲਾਹੌਰ ਦੇ ਵਿੱਚ ਬੁਲਾ ਕਰਕੇ ਸਾਰਿਆਂ ਨੂੰ ਕਹਿ ਦਿੱਤਾ ਵੀ ਜਿੱਥੇ ਨਜ਼ਰ ਆਵੇ ਉੱਥੇ ਹੀ ਮਾਰ ਦਿਓ। ਚੌਪਈ ਜੋ ਸਿੰਘਨ ਕੋ ਲੁਟਾਵੇ ਕਹਿੰਦਾ ਪਾਵੇ। ਜੇ ਕਿਸੇ ਨੇ ਆਪਣੇ ਘਰ ਦੇ ਵਿੱਚ ਸਿੱਖਾਂ ਨੂੰ ਲੁਕਾਇਆ, ਸਿੱਖਾਂ ਨੂੰ ਰਹਿਣ ਵਾਸਤੇ ਥਾਂ ਦਿੱਤੀ, ਸੋ ਵੈ ਆਪਣੀ ਜਾਨ ਗਵਾਵੇ। ਬਸ ਇੱਕ ਗੱਲ ਚੇਤੇ ਰੱਖਿਓ, ਜਿਹੜਾ ਵੀ ਆਪਣੇ ਘਰ ਵਿੱਚ ਗੁਰੂ ਕੇ ਸਿੱਖ ਨੂੰ ਰੱਖੇਗਾ ਆਪਣੇ ਨਾਲ ਸਾਰੇ ਪਰਿਵਾਰ ਨੂੰ ਹੀ ਮਰਵਾ ਕੇ ਬਹਿ ਜਾਵੇਗਾ।
ਇਹ ਹੁਕਮ ਦੇ ਦਿੱਤੇ ਵੀ ਕੋਈ ਵੀ ਕਿਸੇ ਸਿੱਖ ਨੂੰ ਆਪਣੇ ਘਰ ਵਿੱਚ ਨਾ ਰੱਖੇ। ਜੇ ਸਰਕਾਰ ਨੂੰ ਪਤਾ ਲੱਗ ਗਿਆ ਵੀ ਕਿਸੇ ਸਿੱਖ ਨੂੰ ਘਰ ਵਿੱਚ ਰੱਖਿਆ ਤੇ ਉੱਥੇ ਜਾ ਕਰਕੇ ਉਸ ਨੂੰ ਮਾਰ ਦਿਆਂਗਾ। ਆਏ ਸਿੰਘ ਬਤਾਵੇ ਨਹੀਂ, ਤੇ ਜੇ ਕਿਸੇ ਨੂੰ ਪਤਾ ਹੋਇਆ ਵੀ ਇੱਥੇ ਗੁਰੂ ਕਾ ਸਿੱਖ ਆਇਆ ਤੇ ਪਤਾ ਹੋਣ ਤੋਂ ਬਾਅਦ ਵੀ ਸਰਕਾਰ ਨੂੰ ਖਬਰ ਨਾ ਦਿੱਤੀ ਵੈ ਪੀ ਆਪਣੀ ਜਿੰਦ ਗਵਾਹੀ। ਤੇ ਚੇਤੇ ਰੱਖਿਓ ਉਹ ਵੀ ਆਪਣੇ ਨਾਲ ਆਪਣੇ ਪਰਿਵਾਰ ਦੀ ਵੀ ਜਾਨ ਗਵਾ ਕੇ ਬਹਿ ਜਾਵੇਗਾ। ਭਾਵ ਜਿੱਥੇ ਨਜ਼ਰ ਆਵੇ ਨਾ ਵੀ ਸਿੱਖ ਵਸਦਾ, ਸਭ ਤੋਂ ਪਹਿਲਾਂ ਦਰੋਗੇ ਨੂੰ, ਸਭ ਤੋਂ ਪਹਿਲਾਂ ਸਿਪਾਹੀਆਂ ਨੂੰ, ਫੌਜਾਂ ਨੂੰ ਜਾਂ ਲਾਹੌਰ ਦਰਬਾਰ ਵਿੱਚ ਆ ਕੇ ਖਬਰ ਕਰਨੀ ਹੈ। ਤੇ ਜੇ ਕਿਸੇ ਨੇ ਸਿੱਖ ਦੀ ਖਬਰ ਨਾ ਦਿੱਤੀ ਉਹਨੂੰ ਫਿਰ ਸਰਕਾਰ ਵੱਲੋਂ ਮਾਰਿਆ ਜਾਵੇਗਾ ਪਰਿਵਾਰ ਦੇ ਸਮੇਤ। ਇੰਨਾ ਕਿ ਤਸ਼ੱਦਦ, ਇੰਨੀ ਕਿ ਸਖਤੀ ਗੁਰੂ ਕੇ ਸਿੱਖਾਂ ਉੱਤੇ ਕਰ ਦਿੱਤੀ ਗਈ। ਜੋ ਸਿੰਘਨ ਕੋ ਸਾਕ ਕਰੇ ਵੈ, ਇਹ ਵੀ ਐਲਾਨ ਕੀਤਾ ਵੀ ਜੇ ਇਸ ਦੇਸ਼ ਵਿੱਚ ਕਿਸੇ ਨੇ ਆਪਣੇ ਬੱਚਿਆਂ ਦੇ ਰਿਸ਼ਤੇ ਗੁਰੂ ਕੇ ਸਿੱਖਾਂ ਦੇ ਨਾਲ ਜੋੜਨ ਦੇ ਯਤਨ ਕੀਤੇ, ਮੁਸਲਮਾਨ ਸੋ ਹੋਵਨ ਲੇਵੈ। ਤੇ ਚੇਤੇ ਕਰਿਓ ਆਉਣ ਵਾਲੀਆਂ ਕੁਲਾਂ ਤੱਕ ਉਹਨਾਂ ਨੂੰ ਧੱਕੇ ਨਾਲ ਮੁਸਲਮਾਨ ਬਣਾ ਦਿਆਂਗਾ। ਜੋ ਸਿੰਘਨ ਕੋ ਦੇਵੇ ਨਾਜ, ਤੇ ਜੇ ਕੋਈ ਗੁਰੂ ਕੇ ਸਿੱਖਾਂ ਨੂੰ ਖਾਣ ਵਾਸਤੇ ਭੋਜਨ ਦੇਵੇਗਾ, ਮੁਸਲਮਾਨ ਕਰੋ ਤਿਸ ਕਾਜ। ਤੇ ਬਸ ਵੇਖਦੇ ਵੇਖਦੇ ਦੇਰੀ ਨਹੀਂ ਲਾਵਾਂਗਾ, ਨਾਲ ਦੀ ਨਾਲ ਧੱਕੇ ਨਾਲ ਜ਼ਬਰੀ ਧਰਮ ਤਬਦੀਲ ਕਰਕੇ ਮੁਸਲਮਾਨ ਕਰ ਦਿਆਂਗਾ। ਦੋਹਰਾ ਐਸੀ ਐਸੀ ਕੂਰ ਕਰ ਦੀਨੇ ਲੋਕ ਡਰਾਏ। ਇਸ ਤਰ੍ਹਾਂ ਖਾਨ ਬਹਾਦਰ ਨੇ ਐਸੇ ਐਸੇ ਹੁਕਮ ਦੇ ਕਰਕੇ ਖਾਲਸਾ ਜੀ ਲੋਕਾਂ ਨੂੰ ਡਰਾ ਦਿੱਤਾ, ਧਮਕਾ ਦਿੱਤਾ ਵੀ ਕੋਈ ਵੀ ਯਤਨ ਨਾ ਕਰੇ ਸਿੱਖਾਂ ਦੀ ਮਦਦ ਵਾਸਤੇ। ਕਈਨ ਕੋ ਸਿਰ ਪਾਉਦੇ ਦੀਨੋਂ ਵਿੱਚੋਂ ਪੜਾਏ। ਤੇ ਜੋ ਫਿਰ ਸਰਕਾਰਾਂ ਦੀ ਨੀਤੀ ਹੁੰਦੀ ਹੈ, ਪਾੜੋ ਤੇ ਰਾਜ ਕਰੋ, ਡਿਵਾਈਡ ਐਂਡ ਰੂਲ। ਕਹਿੰਦੇ ਦਰਬਾਰ ਨੇ, ਲਾਹੌਰ ਸਰਕਾਰ ਨੇ ਜਿੱਥੇ ਕਈਆਂ ਨੂੰ ਡਰਾਇਆ, ਧਮਕਾਇਆ, ਤੇ ਕਹਿੰਦੇ ਕਈਆਂ ਨੂੰ ਸਰਕਾਰ ਵੱਲੋਂ ਅਹੁਦੇ ਦੇ ਦਿੱਤੇ, ਸਰਕਾਰੀ ਅਹੁਦੇ ਵੀ ਦੇ ਦਿੱਤੇ ਕਈਆਂ ਨੂੰ, ਖੁਸ਼ ਹੋ ਕਰਕੇ ਵੀ ਮੈਂ ਤੁਹਾਨੂੰ ਸਰਕਾਰੀ ਅਹੁਦੇ ਦੇਣਾ, ਨਵਾਬੀਆਂ ਦੇਣਾ, ਤੁਸੀਂ ਮੈਨੂੰ ਸਿੰਘਾਂ ਦੀ ਖਬਰ ਦੇਣੀ ਹੈ। ਤੇ ਨਾਲ ਦੀ ਨਾਲ ਜਿੱਥੇ ਸਿੱਖ ਨਜ਼ਰ ਆ ਜਾਵੇ ਸਿਰ ਕੱਟ ਕੇ, ਸਿਰ ਵੱਢ ਕੇ ਲਾਹੌਰ ਦਰਬਾਰ ਵਿੱਚ ਪੇਸ਼ ਕਰਨਾ। ਇਸ ਤਰ੍ਹਾਂ ਕਹਿੰਦੇ ਕਈਆਂ ਨੂੰ ਡਰਾਉਂਦਾ, ਕਈਆਂ ਨੂੰ ਧਮਕਾਉਂਦਾ, ਤੇ ਕਈਆਂ ਨੂੰ ਫਿਰ ਸਰਕਾਰ ਵੱਲੋਂ, ਹਕੂਮਤ ਵੱਲੋਂ ਅਹੁਦੇ ਦਿੰਦਾ, ਨਵਾਬੀਆਂ ਦਿੰਦਾ ਵੀ ਕੋਈ ਵੀ ਸਰਕਾਰ ਦੇ ਨਾਲ ਚਲਾਕੀ ਨਾ ਕਰੇ, ਸਾਰੇ ਗੁਰੂ ਕੇ ਸਿੱਖਾਂ ਦੇ ਦੁਸ਼ਮਣ ਬਣ ਜਾਣ। ਚੌਪਈ ਤਬ ਸਿੰਘਨ ਕੋ ਲੋਕ ਬਤਾਵੇ। ਖਾਲਸਾ ਜੀ ਉਦੋਂ ਫਿਰ ਲੋਕ ਇਹ ਗੱਲ ਸਿੰਘਾਂ ਨੂੰ ਕਹਿਣ ਲੱਗ ਪਏ। ਕਈ ਕੇ ਆਪਣੇ ਹੱਥ ਫੜਾਵੇ। ਤੇ ਕਈ ਆਪਣੇ ਹੱਥੀਂ ਪਹਿਲਾਂ ਸਿੱਖਾਂ ਨੂੰ ਘਰਾਂ 'ਚ ਬੁਲਾ ਲੈਣਾ, ਤੇ ਜਦੋਂ ਘਰ ਵਿੱਚ ਕਿਸੇ ਨੇ ਭਰੋਸਾ ਕਰਕੇ ਆਣਾ ਫਿਰ ਆਪਣੇ ਹੱਥੀਂ ਸਰਕਾਰ ਦੀਆਂ ਫੌਜਾਂ ਨੂੰ ਬੁਲਾ ਕੇ ਗ੍ਰਿਫਤਾਰ ਕਰਵਾ ਦੇਣਾ। ਇਸ ਤਰ੍ਹਾਂ ਧੋਖੇ ਵੀ ਕਈਆਂ ਨੇ ਕਮਾਏ, ਕਈਆਂ ਨੇ ਚਲਾਕੀਆਂ ਕੀਤੀਆਂ ਸਿੱਖਾਂ ਨੂੰ ਗ੍ਰਿਫਤਾਰ ਕਰਾਉਣ ਲਈ। ਕਈ ਕੁ ਦੇਵੇ ਆਪੇ ਮਾਰ। ਤੇ ਕਈਆਂ ਨੇ ਕੀ ਕਰਨਾ, ਗੁਰੂ ਕਿਆਂ ਸਿੱਖਾਂ ਨੂੰ ਪ੍ਰਸ਼ਾਦੇ ਤੇ ਬੁਲਾਉਣਾ, ਪ੍ਰਸ਼ਾਦੇ ਤੇ ਘਰ ਬੁਲਾ ਕੇ ਤੇ ਉਹਨਾਂ ਦੇ ਸਿਰ ਕੱਟ ਦੇਣੇ, ਸਿਰ ਵੱਢ ਦੇਣੇ। ਵੇਖੋ ਐਸਾ ਐਸਾ ਸਮਾਂ ਸਾਡੇ ਬਜ਼ੁਰਗਾਂ ਨੇ, ਸਾਡੇ ਪੂਰਵਜਾਂ ਨੇ, ਵੱਡੇ ਵਡੇਰਿਆਂ ਨੇ ਆਪਣੇ ਪਿੰਡੇ ਤੇ ਆਪਣੇ ਸਰੀਰ ਤੇ ਹੰਡਾਇਆ ਕਿ 200 ਸਾਲ ਲਗਭਗ, ਮੈਂ ਇਹ ਵੀ ਥੋੜੇ ਕਹਿ ਦਿੱਤੇ ਪਰ ਫਿਰ ਵੀ ਲਗਭਗ 200 ਸਾਲ ਸਾਡੇ ਬਜ਼ੁਰਗਾਂ ਨੇ ਪ੍ਰਸ਼ਾਦਾ ਨਹੀਂ ਛਕ ਕੇ ਵੇਖਿਆ, ਕੇਵਲ ਤੇ ਕੇਵਲ ਗੁਰੂ ਨਾਨਕ ਦੀ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਹੈ। ਉਹਨਾਂ ਨੇ ਪ੍ਰਸ਼ਾਦਾ ਨਹੀਂ ਛਕ ਕੇ ਵੇਖਿਆ, ਸੌਂ ਕੇ ਨਹੀਂ ਵੇਖਿਆ, ਪਰਿਵਾਰਾਂ ਵਿੱਚ ਰਹਿ ਕੇ ਨਹੀਂ ਵੇਖਿਆ, ਘਰਾਂ ਵਿੱਚ ਰਹਿ ਕੇ ਨਹੀਂ ਵੇਖਿਆ, ਪਰ ਉਹਨਾਂ ਨੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਹੈ। ਇਸ ਤਰ੍ਹਾਂ ਸਾਡੇ ਬਜ਼ੁਰਗਾਂ ਨੇ ਐਸਾ ਸਮਾਂ ਆਪਣੇ ਪਿੰਡੇ ਤੇ ਹੰਡਾਇਆ। ਸਿੰਘਨ ਕੋ ਪਿਓ ਐਸ ਹਵਾਰ। ਕਹਿੰਦੇ ਐਸੇ ਹਾਲਾਤ ਗੁਰੂ ਕੇ ਖਾਲਸੇ ਪੰਥ ਉੱਤੇ ਬਣ ਗਏ। ਸਿੰਘਨ ਮਾਰ ਦਿਖਾਵੇ ਤੁਰਕ। ਖਾਲਸਾ ਜੀ ਸਿੰਘਾਂ ਨੂੰ ਫੜ ਫੜ ਕੇ ਸ਼ਹੀਦ ਕਰਕੇ ਮਾਰ ਕੇ ਭਾਰਤ ਦੇਸ਼ ਦੇ ਲੋਕ ਜਾ ਕੇ ਤੁਰਕਾਂ ਨੂੰ ਵਿਖਾਉਂਦੇ ਰਹੇ ਕਿ ਆਹ ਜਨਾਬ ਆ ਵੇਖੋ
ਅਸੀਂ ਸਿੱਖ ਦਾ ਸਿਰ ਵੱਢ ਕੇ ਲਿਆਏ ਆ, ਛੇਤੀ ਕਰੋ ਸਾਨੂੰ ਸਾਡਾ ਇਨਾਮ ਦੇ ਦਿਓ। ਅਨਾਮ ਸੋ ਪਾਵੇ ਬਹੁਤੋ ਮੁਰਖ। ਇਸ ਤਰ੍ਹਾਂ ਕਹਿੰਦੇ ਮੁਲਕ ਦੇ ਦੇਸ਼ ਦੇ ਬਹੁਤੇ ਲੋਕਾਂ ਨੇ ਇਸ ਤਰ੍ਹਾਂ ਸਿੱਖਾਂ ਦੇ ਨਾਲ ਧਰੋ ਕਮਾ ਕਮਾ ਕੇ ਖਾਲਸਾ ਜੀ ਸਰਕਾਰ ਤੋਂ ਇਨਾਮ ਲੈ ਲਏ। ਸਿੰਘ ਮੁਲਖਨ ਪਰ ਗਿਓ ਬੈਰ। ਇਸ ਤਰ੍ਹਾਂ ਭਾਰਤ ਦੇਸ਼ ਵਿੱਚ ਸਿੰਘਾਂ ਦਾ ਪੱਤਾ ਪੱਤਾ ਬੈਰੀ ਹੋ ਗਿਆ। ਸਿੰਘ ਪੀਤਾ ਸੋ ਕਰੇ ਨ ਖੈਰ। ਪਰ ਕਹਿੰਦੇ ਉਹ ਫਿਰ ਵੀ ਗੁਰੂ ਕੇ ਸਿੱਖ, ਧੰਨ ਉਹਨਾਂ ਦੀ ਕਮਾਈਆਂ ਜਿਨ੍ਹਾਂ ਫਿਰ ਵੀ ਸਿੱਖੀ ਨਹੀਂ ਛੱਡੀ। ਲੜਤ ਮਰਤ ਕਹੂੰ ਛੁਪ ਕਾ ਛਪ ਰਹੇ। ਕਹਿੰਦੇ ਕਈ ਲੜਦੇ ਨੇ, ਕਈ ਲੜ ਕੇ ਮਰਦੇ ਨੇ, ਕਈ ਗੁਰੂ ਕੇ ਸਿੱਖ ਜੰਗਲਾਂ ਵਿੱਚ ਰਾਤਾਂ ਕੱਟਦੇ ਨੇ। ਦੁਸ਼ਟ ਤਹੀਂ ਤੁਰਤ ਤੁਰਕਨ ਕਹੇ। ਕਹਿੰਦੇ ਜੇ ਕਿਤੇ ਜੰਗਲਾਂ ਵਿੱਚ ਵੀ ਗੁਰੂ ਕੇ ਸਿੱਖ ਜਾਂਦੇ, ਦੁਸ਼ਟ ਜੰਗਲਾਂ ਵਿੱਚ ਵੀ ਟਿਕਣ ਨਹੀਂ ਦਿੰਦੇ, ਪਿੱਛੀ ਫੌਜਾਂ ਚੜਾ ਕੇ ਚਲੇ ਜਾਂਦੇ ਨੇ। ਤੈ ਸੁਣ ਤੁਰਕ ਤੁਰਕ ਚੜ ਆਵੇ। ਜਿੱਥੇ ਵੀ ਪਤਾ ਲੱਗਦਾ ਵੀ ਸਿੱਖ ਵਸਦਾ, ਨਾਲ ਦੀ ਨਾਲ ਫੌਜ ਆ ਜਾਂਦੀ ਹੈ। 10 ਗ੍ਰਾਮ ਕੀ ਧੂਰ ਉਡਾਵੇ। ਤੇ ਜੇ ਕਿਸੇ ਪਿੰਡ ਵਿੱਚ ਗੁਰੂ ਕਾ ਸਿੱਖ ਰਹਿੰਦਾ, ਕਹਿੰਦੇ ਸਰਕਾਰ ਦੀ ਫੌਜ ਆਉਂਦੀ, ਉਸ ਪਿੰਡ ਨੂੰ ਮਿੱਟੀ ਵਿੱਚ ਮਿਲਾ ਦਿੰਦੀ, ਉੱਥੇ ਧੂੜਾਂ ਉਡਾ ਦਿੰਦੀਆਂ। ਉਹ ਇਸ ਕਰਕੇ ਵੀ ਜੇ ਇੱਕ ਸਿੱਖ ਕਿਸੇ ਪਿੰਡ ਵਿੱਚ ਆਏਗਾ, ਕੇਵਲ ਸਿੱਖ ਨਹੀਂ ਮਾਰਿਆ ਜਾਏਗਾ, ਸਾਰੇ ਦਾ ਸਾਰਾ ਪਿੰਡ ਹੀ ਬਰਬਾਦ ਕਰ ਦਿਆਂਗੇ। ਇਹਦੇ ਨਾਲ ਫਿਰ ਕੀ ਹੋਵੇਗਾ? ਲੋਕਾਂ ਵਿੱਚ ਡਰ ਬਣੇਗਾ ਵੀ ਸਿੱਖਾਂ ਨੂੰ ਆਪਣੇ ਸ਼ਹਿਰਾਂ ਵਿੱਚ, ਆਪਣੇ ਪਿੰਡਾਂ ਵਿੱਚ ਨਾ ਆਉਣ ਦਿਓ। ਖਾਲਸਾ ਜੀ ਇਸ ਤਰ੍ਹਾਂ ਚਲਾਕੀ ਵਰਤੀ ਵੀ ਜਦੋਂ ਪਿੰਡ ਦੇ ਪਿੰਡ ਬਰਬਾਦ ਕਰਾਂਗੇ, ਲੋਕ ਡਰਦੇ ਸਿੱਖਾਂ ਨੂੰ ਆਪਣੇ ਪਿੰਡਾਂ ਵਿੱਚ ਹੀ ਨਹੀਂ ਆਉਣ ਦੇਣਗੇ। ਪਰ ਵੇਖੋ, ਮੈਂ ਸੋਚਦਾ ਵੀ ਇੱਕ ਹਕੂਮਤ ਵੱਲੋਂ, ਇਤਨੇ ਬਾਦਸ਼ਾਹਾਂ ਵੱਲੋਂ, ਇਤਨੀਆਂ ਹਕੂਮਤਾਂ ਦੁਸ਼ਮਣਾਂ ਵੱਲੋਂ ਕਿੰਨੇ ਹੀਲੇ ਕੀਤੇ, ਕਿੰਨੀਆਂ ਕੋਸ਼ਿਸ਼ਾਂ ਕੀਤੀਆਂ ਵੀ ਕੋਈ ਵੀ ਬੰਦਾ ਆਪਣੇ ਘਰ ਵਿੱਚ ਜਾਂ ਆਪਣੇ ਪਿੰਡ ਵਿੱਚ, ਆਪਣੇ ਸ਼ਹਿਰ ਵਿੱਚ ਕਿਸੇ ਸਿੱਖ ਨੂੰ ਵਾੜੇ ਨਾ। ਜਿਹੜੇ ਵੀ ਸ਼ਹਿਰ ਪਿੰਡ ਵਿੱਚ ਸਿੱਖ ਨਜ਼ਰ ਆਏਗਾ, ਉਹਨੂੰ ਮਾਰ ਦਿੱਤਾ ਜਾਏਗਾ। ਉਹ ਚਾਹੁੰਦੇ ਸਨ ਕਿਸੇ ਇੱਕ ਪਿੰਡ ਵਿੱਚ ਵੀ ਗੁਰੂ ਕਾ ਸਿੱਖ ਨਾ ਹੋਵੇ। ਪਰ ਗੁਰੂ ਨਾਨਕ ਦੀ ਕਿਰਪਾ ਨਾਲ ਅੱਜ ਦੁਨੀਆ ਭਰ ਦੇ ਦੇਸ਼ਾਂ ਵਿਦੇਸ਼ਾਂ ਵਿੱਚ, ਜਿਹੜੇ ਮਰਜ਼ੀ ਦੇਸ਼ ਵਿੱਚ ਚਲ ਜਾਓ, ਉੱਥੇ ਗੁਰੂ ਨਾਨਕ ਦੀ ਸਿੱਖੀ ਦਾ ਨਿਸ਼ਾਨ ਅੱਜ ਵੀ ਝੁਲਦਾ। ਖਾਲਸਾ ਜੀ ਇਹ ਪੰਥ ਧੰਨ ਗੁਰੂ ਨਾਨਕ ਸਾਹਿਬ ਦਾ, ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕਿੰਨੀ ਕਿ ਕਿਰਪਾ ਮਹਾਰਾਜ ਨੇ ਕੀਤੀ ਹੋਏਗੀ ਵੀ ਜਿਨ੍ਹਾਂ ਨੂੰ ਮਾਰਨਾ ਚਾਹੁੰਦੇ ਸੀ, ਜਿਨ੍ਹਾਂ ਦੇ ਨਿਸ਼ਾਨ ਖਤਮ ਕਰਨਾ ਚਾਹੁੰਦੇ ਸੀ, ਉਹਨਾਂ ਸਿੱਖਾਂ ਦੇ ਤੇ ਉਹਨਾਂ ਸਿੱਖਾਂ ਦੀ ਸਿੱਖੀ ਦੇ ਨਿਸ਼ਾਨ ਸਾਹਿਬ ਅੱਜ ਵੀ ਵਿਸ਼ਵ ਭਰ ਦੇ ਵਿੱਚ ਝੁੱਲ ਰਹੇ। ਸੋ ਇਸ ਕਰਕੇ ਇਹ ਮਾਣ ਕਰਨਾ ਚਾਹੀਦਾ ਵੀ ਜਿਹੜੇ ਪੰਥ ਨੂੰ ਮੁਕਾਉਣਾ ਚਾਹੁੰਦੇ ਸੀ, ਉਹ ਖੁਦ ਤੇ ਖਤਮ ਹੋ ਜਾਂਦੇ ਆ। ਪਰ ਕਲਗੀਆਂ ਵਾਲੇ ਪਾਤਸ਼ਾਹ ਦਾ ਇਹ ਅਕਾਲੀ ਪੰਥ ਹੈ, ਜਿਹੜਾ ਦੁਸ਼ਮਣਾਂ ਤੋਂ, ਦੁਸ਼ਟਾਂ ਤੋਂ ਖਤਮ ਨਹੀਂ ਹੁੰਦਾ। ਸੋ ਇਸ ਤਰ੍ਹਾਂ ਕਹਿੰਦੇ ਸਰਕਾਰ ਨੇ ਪਿੰਡ ਦੇ ਪਿੰਡ ਬਰਬਾਦ ਕਰ ਦੇਣੇ ਵੀ ਕੋਈ ਵੀ ਨਗਰ ਵਾਲਾ, ਸ਼ਹਿਰ ਵਾਲਾ ਆਪਣੇ ਸ਼ਹਿਰ ਵਿੱਚ ਕਿਸੇ ਸਿੱਖ ਨੂੰ ਵੜਨ ਨਾ ਦੇਵੇ। ਗ੍ਰਾਮ ਛੋੜ ਜੋ ਉਜਾੜਨ ਰਹੇ। ਕਹਿੰਦੇ ਜੇ ਫਿਰ ਪਿੰਡ ਛੱਡ ਕੇ, ਸ਼ਹਿਰ ਛੱਡ ਕੇ ਉਜਾੜਾਂ ਵਿੱਚ ਰਹਿਣਾ ਗੁਰੂ ਕੇ ਸਿੱਖਾਂ ਨੇ, ਹਿਰਦੇ ਗ੍ਰਾਮ ਉਜਾੜਨ ਚਾਹੇ, ਬਸ ਉੱਥੇ ਹੀ ਜਾ ਕਰਕੇ ਫਿਰ ਇਹਨਾਂ ਨੇ ਹਮਲੇ ਕਰ ਦੇਣੇ। ਤਬ ਸਿੰਘਨ ਕੋ ਭਿਓ ਤਰਾਸ। ਉਦੋਂ ਫਿਰ ਖਾਲਸਾ ਜੀ ਗੁਰੂ ਕੇ ਸਿੱਖ ਬੜੇ ਚਿੰਤਤ ਹੋ ਗਏ। ਸਿੰਘ ਵਰਤਨ ਉਹ ਛੋੜਿਓ ਵਾਸ। ਤੇ ਗੁਰੂ ਕੇ ਸਿੱਖ ਆਮ ਲੋਕਾਂ ਦੇ ਨਾਲ ਵਰਤਣਾ ਬਿਲਕੁਲ ਛੱਡ ਦਿੱਤਾ, ਗੁਪਤ ਰਹਿਣ ਲੱਗ ਪਏ। ਉਹ ਜੰਗਲ ਦੱਖਣ ਰੁਕੇ। ਕਹਿੰਦੇ ਕੋਈ ਜੰਗਲਾਂ ਵੱਲ ਚਲਿਆ ਗਿਆ, ਦੱਖਣ ਵੱਲ ਚਲਾ ਗਿਆ। ਉਹ ਪੂਰਬ ਪਹਾੜਨ ਲੁਕੇ। ਤੇ ਕੋਈ ਪਹਾੜਾਂ ਨੂੰ ਚਲਿਆ ਗਿਆ, ਪਹਾੜਾਂ ਨੂੰ ਚਲੇ ਗਏ। ਰਹੇ ਦੇਸ਼ ਮੈਂ ਸੋ ਅਤ ਦੁਖੀ। ਕਿਉਂਕਿ ਜੇ ਇਸ ਦੇਸ਼ ਵਿੱਚ ਰਹਿੰਦੇ ਤੇ ਖਾਲਸਾ ਜੀ ਦੁੱਖ ਬਹੁਤ ਨੇ, ਕਸ਼ਟ ਬਹੁਤ ਹੈ, ਤਸ਼ੱਦਦ ਬਹੁਤ ਹੈ। ਕਿਉਂਕਿ ਚਾਰੇ ਪਾਸਿਓਂ ਦੁਸ਼ਮਣ ਹੀ ਦੁਸ਼ਮਣ ਹੈ, ਆਪਣਾ ਕੋਈ ਨਜ਼ਰ ਨਹੀਂ ਆਉਂਦਾ। ਜਿੱਧਰ ਵੀ ਮੁਖ ਕਰਦੇ ਨੇ ਉਧਰ ਤੀਰਾਂ ਦੀਆਂ ਬੁਛਾਰਾਂ ਜਾਂ ਤੋਪਾਂ ਦੇ ਮੂੰਹ ਨਜ਼ਰ ਆਉਂਦੇ, ਕੋਈ ਦੋਸਤ ਨਜ਼ਰ ਨਹੀਂ ਆ ਰਿਹਾ। ਪਰ ਵੇਖੋ ਫਿਰ ਵੀ ਉਹਨਾਂ ਦੇ ਮਨ ਕਿੰਨੇ ਕੇ ਸਤਿਗੁਰੂ ਦੀ ਕਿਰਪਾ ਰਹਿਮਤ ਦੇ ਨਾਲ ਭਰਪੂਰ ਹੋਣਗੇ ਕਿ ਐਸੇ ਹਾਲਾਤ ਵੀ ਬਣੇ, ਜੇ ਉਹ ਚਾਹੁੰਦੇ ਤੇ ਖਾਲਸਾ ਜੀ ਧਰਮ ਛੱਡ ਕੇ, ਸਿੱਖੀ ਛੱਡ ਕੇ, ਦੀਨੇ ਮਜਬ ਕਬੂਲ ਕਰਕੇ ਸਰਕਾਰ ਤੋਂ ਨਵਾਬੀਆਂ ਲੈ ਕੇ ਆਪਣੇ ਘਰਾਂ 'ਚ, ਪਰਿਵਾਰਾਂ ਵਿੱਚ ਬੜੀ ਵਧੀਆ ਤਰੀਕੇ ਨਾਲ ਰਹਿ ਸਕਦੇ ਸੀ। ਪਰ ਉਹਨਾਂ ਗੁਰੂ ਕਿਆਂ ਸਿੱਖਾਂ ਨੇ ਪਰਿਵਾਰਾਂ ਦੀ, ਸਰਕਾਰਾਂ ਦੇ ਅਹੁਦਿਆਂ ਦੀ ਪਰਵਾਹ ਨਹੀਂ ਕੀਤੀ, ਫਿਰ ਵੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਨਿਭਾਇਆ। ਉਹਨਾਂ ਨੇ ਘਰਾਂ ਨੂੰ ਛੱਡਣਾ ਮਨਜ਼ੂਰ ਕਰ ਲਿਆ,
ਉਹਨਾਂ ਨੇ ਸਰਕਾਰ ਦੇ ਅਹੁਦੇ ਛੱਡਣੇ ਮਨਜ਼ੂਰ ਕਰ ਲਏ, ਉਹਨਾਂ ਨੇ ਪ੍ਰਸ਼ਾਦਾ ਛੱਡਣਾ ਮਨਜ਼ੂਰ ਕਰ ਲਿਆ, ਪਰ ਖਾਲਸਾ ਜੀ ਸਿੱਖੀ ਨੂੰ ਛੱਡਣਾ ਮਨਜ਼ੂਰ ਨਾ ਕੀਤਾ। ਅਸੀਂ ਉਹਨਾਂ ਗੁਰੂ ਨਾਨਕ ਦੇ ਸਿੱਖਾਂ ਦੇ ਵਾਰਸ ਹਾਂ। ਸੋ ਇਸ ਤਰ੍ਹਾਂ ਗੁਰੂ ਕੇ ਸਿੱਖ ਘਰ ਛੱਡ ਕੇ, ਆਪਣੇ ਨਗਰ ਛੱਡ ਕੇ ਕੋਈ ਜੰਗਲਾਂ ਨੂੰ ਚਲਿਆ ਗਿਆ, ਕੋਈ ਖਾਲਸਾ ਜੀ ਪਹਾੜਾਂ ਨੂੰ ਚਲਿਆ ਗਿਆ। ਬਾਜ ਦੇਸ ਜਿਉ ਬਟੇਰਨ ਉਖੀ, ਕਹਿੰਦੇ ਜਿਵੇਂ ਬਾਜਾਂ ਦੇ ਕੋਲ, ਬਾਜ ਦੇ ਦੇਸ਼ਾਂ ਦੇ ਵਿੱਚ, ਬਾਜਾਂ ਦੇ ਦੇਸ਼ਾਂ 'ਚ ਬਟੇਰਿਆਂ ਦਾ ਰਹਿਣਾ ਔਖਾ ਹੋ ਜਾਂਦਾ ਹੈ। ਦੋਹਰਾ ਪਰ ਪਿਤਾ ਹਮਾਰੋ ਨਿਕਰ ਕੈ, ਜੈ ਨਗਰ ਪਹੁੰਚਾਇਓ ਜਾਏ। ਹੁਣ ਖਾਲਸਾ ਜੀ ਭਾਈ ਰਤਨ ਸਿੰਘ ਭੰਗੂ ਕਹਿੰਦੇ, ਜਦੋਂ ਐਸਾ ਸਮਾਂ ਆਇਆ ਨਾ ਸਿੱਖਾਂ ਦੇ ਉੱਤੇ, ਤੇ ਜਿਹੜੇ ਮੇਰੇ ਪਰ ਪਿਤਾ ਸਨ, ਪਰ ਪਿਤਾ ਪੰਜਾਬੀ ਦੇ ਵਿੱਚ ਆਪਾਂ ਪੁਰਾਣੇ ਸਮੇਂ 'ਚ ਸ਼ਬਦ ਵਰਤਦੇ ਸਾਂ ਵੀ ਮੇਰੇ ਪਿਤਾ ਦੇ ਪਿਤਾ, ਭਾਵ ਦਾਦਾ ਜੀ। ਭਾਈ ਰਤਨ ਸਿੰਘ ਭੰਗੂ ਕਹਿੰਦੇ ਉਹਨਾਂ ਸਮਿਆਂ ਵਿੱਚ ਮੇਰੇ ਦਾਦਾ ਭਾਈ ਮਹਿਤਾਬ ਸਿੰਘ ਭੰਗੂ ਮੀਰਾ ਕੋਟੀ, ਕਹਿੰਦੇ ਭਾਈ ਮਹਿਤਾਬ ਸਿੰਘ ਜੀ ਉਹ ਜੈਪੁਰ ਚਲੇ ਗਏ ਸਨ, ਜੋ ਰਾਜਸਥਾਨ ਦੇ ਵਿੱਚ ਵਸਦਾ ਹੈ। ਰਾਜੇ ਸੋ ਮੁਲਾਕਾਤ ਕਰ ਲਈ ਚਾਕਰੀ ਲਾਹੇ। ਹੁਣ ਜਵਾਨ ਬਹੁਤ ਸਨ, ਸੂਰਮੇ ਬਹਾਦਰ ਵੀ ਸਨ, ਤੇ ਜਦੋਂ ਉਧਰਲੇ ਇਲਾਕੇ ਵਿੱਚ ਰਾਜਸਥਾਨ ਨੂੰ ਗਏ, ਉੱਥੋਂ ਦੇ ਰਾਜੇ ਨੇ ਭਾਈ ਮਹਿਤਾਬ ਸਿੰਘ ਨੂੰ ਆਪਣੀ ਫੌਜ ਵਿੱਚ ਭਰਤੀ ਕਰ ਲਿਆ। ਚੌਪਈ ਸੋ ਸੁਨੇ ਔਰ ਸਿੰਘ ਤਹਿ ਆਏ। ਤੇ ਜਦੋਂ ਸਿੱਖਾਂ ਨੂੰ ਪਤਾ ਲੱਗਾ ਵੀ ਭਾਈ ਮਹਿਤਾਬ ਸਿੰਘ ਭੰਗੂ ਰਾਜਸਥਾਨ ਚਲੇ ਗਏ, ਕਹਿੰਦੇ ਉਹ ਵੀ ਫਿਰ ਉਹਨਾਂ ਨੂੰ ਮਿਲਣ ਵਾਸਤੇ ਪਿੱਛੇ ਨੂੰ ਗਏ। ਮਹਿਤਾਬ ਸਿੰਘ ਤੈ ਬਚਨ ਅਲਾਏ। ਤਾਂ ਜਦੋਂ ਖਾਲਸਾ ਜੀ ਸਾਰੇ ਸਿੱਖ ਇਕੱਠੇ ਹੋਏ ਭਾਈ ਸਾਹਿਬ ਭਾਈ ਮਹਿਤਾਬ ਸਿੰਘ ਸਾਹਿਬ ਕੋਲ, ਕਹਿੰਦੇ ਭਾਈ ਮਹਿਤਾਬ ਸਿੰਘ ਜੀ ਸਿੱਖਾਂ ਨੂੰ ਵੇਖ ਕੇ ਬਚਨ ਕਰਨ ਲੱਗੇ। ਦੇਹ ਵਤਨ ਹਮ ਬਾਤ ਸੁਣਾਏ। ਕਹਿੰਦੇ ਸਿੱਖੋ, ਤੁਸੀਂ ਮਾਝੇ ਤੋਂ ਆਏ ਹੋ, ਦੱਸੋ ਸਾਡੇ ਦੇਸ਼ ਦਾ ਹਾਲ ਕੀ ਹੈ, ਸਾਡੇ ਵਤਨਾਂ ਦਾ ਕੀ ਹਾਲ ਹੈ। ਕਹਿ ਕਹਿ ਤੁਰਕਨ ਡੇਰੇ ਲਾਏ। ਕਿਸ ਤਰ੍ਹਾਂ ਉੱਥੇ ਇਸ ਸਮੇਂ ਹਾਲਾਤ ਵਰਤ ਰਹੇ ਨੇ। ਪਰ ਖਾਲਸਾ ਜੀ ਉਹ ਜਿਹੜੇ ਸਿੱਖ ਆਏ ਸੀ ਮਾਝੇ ਤੋਂ, ਭਾਈ ਮਹਿਤਾਬ ਸਿੰਘ ਨੂੰ ਕਹਿਣ ਲੱਗੇ ਵੀ ਉੱਥੇ ਤੇ ਤੁਰਕਾਂ ਨੇ ਡੇਰੇ ਲਾਏ ਨੇ, ਹਕੂਮਤ ਦੀਆਂ ਫੌਜਾਂ ਨੇ ਘੇਰਾਬੰਦੀ ਕੀਤੀ ਹੈ। ਸਿੰਘ ਕਿਉ ਕਛ ਪੂਛ ਨਾ ਬਾਤ। ਖਾਲਸਾ ਜੀ ਭਾਈ ਮਹਿਤਾਬ ਸਿੰਘ ਪੁੱਛਦੇ ਸਿੰਘਾਂ ਦੀ ਖਬਰ, ਕਿ ਸਿੰਘ ਕਿੱਥੇ ਨੇ। ਜਿਮ ਤੁਰਕਨ ਕੈਨ ਕੀਨੋ ਘਾਤ। ਕਿ ਜਿਸ ਤਰ੍ਹਾਂ ਉੱਥੇ ਸਿੰਘਾਂ ਦੇ ਨਾਲ ਹਾਲਾਤ ਵਰਤ ਰਹੇ ਨੇ, ਮੈਨੂੰ ਉਹਨਾਂ ਬਾਰੇ ਦੱਸੋ। ਪਰ ਉਹ ਗੁਰੂ ਕੇ ਸਿੱਖ ਹੁਣ ਕੀ ਦੱਸਣ, ਉੱਥੇ ਤਾਂ ਪਹਿਲਾਂ ਹੀ ਸਿੰਘਾਂ ਦਾ ਪੱਤਾ ਪੱਤਾ ਵੈਰੀ ਬਣਿਆ। ਕਿਵੇਂ ਕਿਵੇਂ ਤੁਰਕ, ਕਿਵੇਂ ਕਿਵੇਂ ਮੁਗਲ ਬਾਦਸ਼ਾਹ ਸਿੱਖਾਂ ਨੂੰ ਮਾਰ ਰਹੇ ਨੇ, ਉਸ ਬਾਰੇ ਹੁਣ ਗੁਰੂ ਕੇ ਸਿੱਖ ਕਿਵੇਂ ਦੱਸ ਸਕਦੇ ਨੇ। ਮੁਖੋਂ ਕਹੋ ਮੁਖ ਫਤਵਾ ਜਾਵੇ। ਕਹਿੰਦੇ ਮੁਖੋਂ ਕਹੋ ਮੁਖ ਛੁੱਟਤਾ ਜਾਵੇ। ਕਹਿੰਦੇ ਉਹ ਸਮੇਂ ਸਿੱਖਾਂ ਦੇ ਮਨ ਇੰਨੇ ਕਿ ਭਰ ਰਹੇ ਵੈਰਾਗ ਦੇ ਨਾਲ, ਭਾਈ ਮਹਿਤਾਬ ਸਿੰਘ ਨੂੰ ਕਹਿੰਦੇ ਕਿ ਮਹਿਤਾਬ ਸਿੰਘ ਜੀ, ਜੇ ਅਸੀਂ ਉਹਨਾਂ ਸਿੱਖਾਂ ਦੀ ਗੱਲ ਦੱਸਣ ਲੱਗੀਏ ਨਾ, ਕਹਿੰਦੇ ਗੱਲ ਦੱਸੀ ਨਹੀਂ ਜਾਂਦੀ, ਇੰਦਾ ਲੱਗਦਾ ਜਿਵੇਂ ਮੂੰਹ ਬਾਹਰ ਆ ਰਿਹਾ, ਭਾਵ ਮੂੰਹ ਚੋਂ ਗੱਲ ਨਹੀਂ ਆ ਰਹੀ, ਬਸ ਇਸ ਤਰ੍ਹਾਂ ਲੱਗ ਰਿਹਾ ਮੂੰਹ ਪਾਟ ਰਿਹਾ। ਭਾਵ ਉਹ ਹਾਲਾਤ ਇੰਨੇ ਵੈਰਾਗਮਈ ਨੇ, ਇੰਨੇ ਤਸ਼ੱਦਦਾਂ ਦੇ ਭਰੇ ਨੇ, ਇਸ ਜ਼ੁਬਾਨ ਰਾਹੀਂ ਬਿਆਨ ਨਹੀਂ ਕਰ ਸਕਦੇ। ਕੰਨੋ ਸੁਨੋ ਤੋ ਕੰਨ ਦੁਖਾਵੇ। ਤੇ ਜੇ ਕੰਨਾਂ ਨਾਲ ਉਹ ਹਾਲਾਤਾਂ ਨੂੰ ਸੁਣਦੇ ਆ, ਤੇ ਹਾਲਾਤਾਂ ਨੂੰ ਸੁਣ ਕੇ ਹੀ ਕੰਨਾਂ ਨੂੰ ਦੁੱਖ ਪਹੁੰਚਦਾ ਹੈ ਵੀ ਸਾਡੇ ਬੱਚੇ ਵੀ ਨਹੀਂ ਛੱਡੇ, ਸਾਡੀਆਂ ਬੱਚੀਆਂ ਵੀ ਨਹੀਂ ਛੱਡੀਆਂ, ਸਾਡੇ ਬਜ਼ੁਰਗਾਂ ਨੂੰ ਨਹੀਂ ਛੱਡਿਆ, ਜਿਹਦੇ ਵੀ ਸਿਰ ਤੇ ਕੇਸ ਨਜ਼ਰ ਆਉਂਦਾ, ਜਿਹਦੇ ਹੱਥ 'ਚ ਕੜਾ ਨਜ਼ਰ ਆਉਂਦਾ, ਜਾ ਕੇ ਮਾਰ ਦਿੰਦੇ ਨੇ। ਐਸੇ ਹਾਲਾਤ ਉਸ ਸਮੇਂ ਸਿੱਖਾਂ ਦੇ ਉੱਥੇ ਬਣ ਚੁੱਕੇ ਸਨ। ਬਾਤ ਚੀਰਤੀ ਛਾਤੀ ਜਾਵੇ। ਕਹਿੰਦੇ ਆ ਜਿਹੜੀ ਗੱਲ ਹੈ ਨਾ, ਇਹ ਛਾਤੀ ਚੀਰਦੀ ਹੋਈ ਜਾਂਦੀ ਹੈ। ਨਾ ਕਹੀਏ ਮਨ ਮੋਹ ਨਾ ਸਮਾਵੇ। ਪਰ ਜੇ ਤੁਹਾਨੂੰ ਨਹੀਂ ਵੀ ਦੱਸਦੇ ਤੇ ਗੱਲ ਦੱਸਣ ਤੋਂ ਰਹਿ ਵੀ ਨਹੀਂ ਹੁੰਦਾ, ਕਿਉਂਕਿ ਚਾਹੁੰਦੇ ਆ ਆਪਣੇ ਭਰਾਵਾਂ ਬਾਰੇ, ਆਪਣੇ ਸਿੱਖਾਂ ਬਾਰੇ ਤੁਹਾਡੇ ਨਾਲ ਉਹ ਹਾਲਾਤ ਸਾਂਝੇ ਕਰੀਏ। ਸਰਪ ਚਕੁੰਦਰ ਕੀ ਕਪਈ ਬਾਤ। ਖਾਲਸਾ ਜੀ ਕਹਿੰਦੇ ਜਿਵੇਂ ਸੱਪ ਦੇ ਮੂੰਹ ਦੇ ਵਿੱਚ ਕਹਿੰਦੇ ਚੁਕੰਦਰ ਹੁੰਦੀ ਹੈ ਨਾ, ਉਹ ਹਾਲਾਤ ਕਹਿੰਦੇ ਇਸ ਤਰ੍ਹਾਂ ਬਣਿਆ ਪਿਆ ਹੈ। ਉਹ ਗਲਤ ਬਣੇ ਨਾ ਬਣੇ ਜਿਮ ਖਾਤ। ਵੀ ਨਾ ਤਾਂ ਸੱਪ ਅੰਦਰ ਲੰਘਾ ਸਕਦਾ ਤੇ ਨਾ ਬਾਹਰ। ਕਹਿੰਦੇ ਉਹੀ ਗੱਲ ਹੁਣ ਸਾਡੇ ਨਾਲ ਹੈ ਵੀ ਉਹ ਹਾਲਾਤ ਨਾ ਬਿਆਨ ਕਰ ਸਕਦੇ ਆ ਤੇ ਨਾ ਉਹ ਹਾਲਾਤ ਅੰਦਰ ਰੱਖ ਸਕਦੇ ਆ। ਦੱਸਣੇ ਚਾਹੁੰਦੇ ਆ
ਪਰ ਜਦੋਂ ਦੱਸਦੇ ਆ ਰੂਹ ਕੰਬ ਜਾਂਦੀ ਹੈ, ਰੋਮ ਰੋਮ ਕੰਬਣ ਲੱਗ ਜਾਂਦਾ ਹੈ ਉਹਨਾਂ ਸਿੱਖਾਂ ਦੇ ਹਾਲਾਤਾਂ ਨੂੰ ਜਦੋਂ ਦੱਸਣ ਲੱਗਦੇ ਹਾਂ। ਦੋਹਰਾ ਕੀਓ ਉਪਦਰਬ ਤੁਰਕ ਬਾਡੇ ਅੰਮ੍ਰਿਤਸਰ ਗੁਰਦੁਆਰ। ਭਾਈ ਮਹਿਤਾਬ ਸਿੰਘ ਜੀ ਉਹਨਾਂ ਦੁਸ਼ਟਾਂ ਨੇ ਅੰਮ੍ਰਿਤਸਰ ਆ ਕੇ ਹਰਮੰਦਰ ਸਾਹਿਬ ਆ ਕੇ ਬੇਅਦਬੀ ਕਰਨੀ ਸ਼ੁਰੂ ਕਰ ਦਿੱਤੀ ਹੈ। ਹਰਮੰਦਰ ਮੈਂ ਕੰਚਨੀ ਰੱਖੇ ਤੁਰਕਨ ਕੋ ਸਰਦਾਰ। ਉਹ ਜਿਹੜਾ ਤੁਰਕਾਂ ਦਾ ਸਰਦਾਰ ਹੈ ਉਹਨੇ ਹਰਮੰਦਰ ਸਾਹਿਬ ਹੁੱਕੇ ਚਲਾ ਦਿੱਤੇ, दारू ਚਲਾ ਦਿੱਤੀ, ਉਹਨੇ ਉੱਥੇ ਕੰਜਰੀਆਂ ਦਾ ਨਾਚ ਸ਼ੁਰੂ ਕਰਵਾ ਦਿੱਤਾ ਹੈ। ਮੰਡਿਆਲੀ ਕੋ ਰੰਗੜੋ ਮੱਸਾ ਤਾ ਕੋ ਨਾਮ। ਉਹ ਮੰਡਿਆਲੀ ਪਿੰਡ ਦਾ ਰਹਿਣ ਵਾਲਾ ਮੱਸਾ ਰੰਗੜ, ਜਿਸ ਦੁਸ਼ਟ ਨੇ ਐਸੀ ਬੇਅਦਬੀ ਉੱਥੇ ਹਰਮੰਦਰ ਸਾਹਿਬ ਕੀਤੀ ਹੈ। ਕਰੇ ਬੇਅਦਬੀ ਹਰਮੰਦਰ ਪਾਪੀ ਬੜੋ ਹਰਾਮ। ਉਹ ਬੜਾ ਵੱਡਾ ਪਾਪੀ ਹੈ ਜਿਹੜਾ ਹਰਮੰਦਰ ਸਾਹਿਬ ਜਾ ਕੇ ਐਸੀ ਘੋਰ ਬੇਅਦਬੀ ਕਰ ਰਿਹਾ ਹੈ। ਚੌਪਈ ਮਤਾਬ ਸਿੰਘ ਸੁਣ ਗੁੱਸਾ ਖਾਇਆ। ਜਦੋਂ ਹਰਮੰਦਰ ਸਾਹਿਬ ਦੀ ਬੇਅਦਬੀ ਬਾਰੇ ਭਾਈ ਸਾਹਿਬ ਭਾਈ ਮਹਿਤਾਬ ਸਿੰਘ ਜੀ ਨੇ ਸੁਣਿਆ, ਬੜੇ ਕ੍ਰੋਧ ਵਿੱਚ ਆ ਗਏ। ਜਨ ਕਰ ਬਿਸ਼ੂ ਡੰਗ ਲਗਾਇਆ। ਕਹਿੰਦੇ ਇਸ ਤਰ੍ਹਾਂ ਇੱਕੋ ਦਮ ਖੜੇ ਹੋਏ ਜਿਵੇਂ ਖਾਲਸਾ ਜੀ ਬਿਸ਼ੂ ਨੇ ਡੰਗ ਮਾਰਿਆ ਹੋਵੇ। ਇੰਨਾ ਕਿ ਦਰਦ ਹੋਇਆ ਭਾਈ ਮਹਿਤਾਬ ਸਿੰਘ ਦੇ ਅੰਦਰ ਕਿ ਬੜੇ ਤੜਪ ਕੇ ਬੜੇ ਦਰਦ ਦੇ ਨਾਲ ਖੜੇ ਹੋ ਕੇ ਪੁੱਛਣ ਲੱਗੇ, ਕਿਹੋ ਸਿੰਘ ਉਹਾਂ ਸਿੰਘ ਕੋ ਨਾਹੀ। ਕਹਿੰਦੇ ਸਿੰਘੋ ਕੀ ਗੱਲ ਮਾਝੇ ਵਿੱਚ ਕੋਈ ਸਿੰਘ ਨਹੀਂ ਰਹਿ ਗਿਆ ਜਿਉਂਦਾ? ਕੀ ਗੱਲ ਉੱਥੇ ਹੁਣ ਕੋਈ ਸਿੱਖ ਨਹੀਂ ਵੱਸਦਾ? ਸੀਸ ਨਤਾ ਕੋ ਤੋੜਿਓ ਤਾਹੀ। ਕੋਈ ਸਿੱਖ ਉੱਥੇ ਮਾਝੇ ਵਿੱਚ ਨਹੀਂ ਜਿਹੜਾ ਜਾ ਕੇ ਮੱਸੇ ਰੰਗੜ ਦਾ ਜਾ ਕੇ ਸਿਰ ਭੰਨ ਦਵੇ। ਕੀ ਗੱਲ ਉੱਥੋਂ ਦੇ ਸਿੱਖ ਕਿੱਥੇ ਰਹਿ ਗਏ ਨੇ? ਕਿਹਾ ਸਿੰਘਨ ਤੇ ਸਤ ਗਿਓ ਦੂਰ। ਕੀ ਉੱਥੋਂ ਦੇ ਸਿੱਖਾਂ ਤੋਂ ਸੱਚ ਦੂਰ ਹੋ ਗਿਆ ਹੈ? ਕਿਹਾ ਸਿੰਘਨ ਪੁਰਖਾਰਥ ਭਿਓ ਕੂਰ। ਕੀ ਸਿੱਖਾਂ ਦੀ ਤਾਕਤ ਖਤਮ ਹੋ ਗਈ ਹੈ ਕਿ ਅੱਖਾਂ ਦੇ ਸਾਹਮਣੇ ਹਰਮੰਦਰ ਸਾਹਿਬ ਵਿਖੇ ਏਡੀ ਵੱਡੀ ਬੇਅਦਬੀ ਪਾਪੀ ਕਰਦਾ ਹੋਵੇ ਤੇ ਕਿਸੇ ਨੇ ਜਾ ਕੇ ਹਲੇ ਤੱਕ ਪਾਪੀ ਦੀ ਧੌਣ ਨਾ ਲਾਈ ਹੋਵੇ? ਕੀ ਹੋ ਗਿਆ ਸਿੱਖਾਂ ਦੇ ਖੂਨ ਨੂੰ? ਕੀ ਹੋ ਗਿਆ ਸਿੱਖਾਂ ਦੇ ਜੋਸ਼ ਨੂੰ? ਤਬ ਉਸ ਸਿੰਘ ਬਚਨ ਪਲਟਾਇਓ। ਕਹਿੰਦੇ ਜਦੋਂ ਇਹ ਬਚਨ ਭਾਈ ਮਹਿਤਾਬ ਸਿੰਘ ਨੇ ਕੀਤਾ, ਅੱਗੋਂ ਗੁਰੂ ਕਾ ਸਿੱਖ ਪਲਟ ਕੇ ਬਚਨ ਕਰਨ ਲੱਗਾ। ਕਿਆ ਤਾਂ ਨਠ ਨੇ ਪੋਰਖ ਬਗਵਾਇਓ। ਕਹਿੰਦਾ ਮਹਿਤਾਬ ਸਿੰਘ ਜੀ ਤੁਸੀਂ ਮਾਝੇ ਦੇ ਸਿੱਖਾਂ ਦੀ ਗੱਲ ਕਰਦੇ ਹੋ, ਪਹਿਲਾਂ ਇਹ ਦੱਸੋ ਵੀ ਤੁਸੀਂ ਆਪਣਾ ਇਲਾਕਾ ਛੱਡ ਕੇ ਇਸ ਇਲਾਕੇ ਵਿੱਚ ਕਿਉਂ ਆਏ? ਤੁਮ ਮਰਨੇ ਤੇ ਨਠ ਨੇ ਆਏ। ਜਿਸ ਤਰ੍ਹਾਂ ਤੁਸੀਂ ਮੌਤ ਤੋਂ ਬਚ ਕੇ ਇਸ ਇਲਾਕੇ ਵਿੱਚ ਆ ਗਏ, ਇਸੇ ਤਰ੍ਹਾਂ ਉੱਥੋਂ ਦੇ ਸਿੱਖ ਵੀ ਦੂਜੇ ਇਲਾਕਿਆਂ ਵਿੱਚ ਚਲੇ ਗਏ ਨੇ। ਉਨ ਕੋ ਦੇ ਤੇ ਲਾਂਬਾ ਕਾਹੇ। ਭਾਈ ਮਹਿਤਾਬ ਸਿੰਘ ਜੀ ਉਹਨਾਂ ਸਿੱਖਾਂ ਨੂੰ ਲਾਂਬਾ ਕਿਉਂ ਦਿੰਦੇ ਹੋ? ਦੂਜਿਆਂ ਨੂੰ ਲਾਂਬਾ ਕਿਉਂ ਦਿੰਦੇ ਹੋ? ਤੁਮ ਭਜ ਤੁਰਕਨ ਪ੍ਰਾਣ ਬਚਾਏ। ਤੁਸੀਂ ਵੀ ਤਾਂ ਤੁਰਕਾਂ ਨੂੰ ਛੱਡ ਕੇ ਇਸ ਇਲਾਕੇ ਵਿੱਚ ਆ ਕੇ ਆਪਣੀ ਜ਼ਿੰਦਗੀ ਬਚਾਈ ਹੈ। ਤੁਮਰੇ ਜੈਸੇ ਸਭ ਹੋਏ ਭਏ। ਬਸ ਜਿਸ ਤਰ੍ਹਾਂ ਤੁਸੀਂ ਇਲਾਕਾ ਛੱਡ ਕੇ ਤੁਰਕਾਂ ਤੋਂ ਭੱਜ ਕੇ ਇੱਧਰ ਆ ਗਏ, ਇਸੇ ਤਰ੍ਹਾਂ ਬਾਕੀ ਵੀ ਗੁਰੂ ਕੇ ਸਿੱਖ ਹੋਰ ਇਲਾਕਿਆਂ ਵਿੱਚ ਚਲੇ ਗਏ ਨੇ। ਮਰਨੋਂ ਡਰ ਕੇ ਸਭ ਨਸ ਗਏ। ਸਾਰੇ ਮੌਤ ਨੂੰ ਵੇਖ ਕੇ ਇੱਧਰ ਉੱਧਰ ਜੰਗਲਾਂ ਵਿੱਚ ਚਲੇ ਗਏ। ਉਹਾਂ ਸਿੰਘ ਕੋ ਦ੍ਰਿਸ਼ਟ ਨ ਪਏ। ਹੁਣ ਉਸ ਇਲਾਕੇ ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਕੋਈ ਸਿੱਖ ਨਜ਼ਰ ਨਹੀਂ ਆਉਂਦਾ। ਉਹਾਂ ਸਿੰਘ ਸੁਨੀਅਤ ਨਾਹੀ। ਉੱਥੇ ਹੁਣ ਕੋਈ ਸਿੰਘ ਬਾਰੇ ਖਬਰ ਵੀ ਸੁਣਨ ਨੂੰ ਨਜ਼ਰ ਨਹੀਂ ਆਉਂਦੀ। ਕਰਤ ਮਸਕਰੀ ਸਿੰਘਣ ਤਾਈ। ਉੱਥੇ ਤੇ ਸਾਰੇ ਲੋਕ ਹੁਣ ਸਿੰਘਾਂ ਦੀ ਮਸ਼ਕਰੀਆਂ ਭਾਵ ਮਜ਼ਾਕ ਕਰਦੇ ਨੇ ਨਵਾਬ ਪੰਥ ਸਭ ਦਿਓ ਗਵਾਈ। ਕਿ ਖਾਨ ਬਹਾਦਰ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਕਰਕੇ ਸਿੱਖਾਂ ਨੂੰ ਖਤਮ ਕਰ ਦਿੱਤਾ। ਸਿੰਘ ਸੁਨੀਅਤ ਕਹੂੰ ਜਗ ਮੈਂ ਨਾਹੀ। ਤੇ ਉੱਥੋਂ ਦੇ ਲੋਕ ਕਹਿੰਦੇ ਵੀ ਸਮਾਂ ਸੀ ਜਦੋਂ ਸੁਣੀਦਾ ਸੀ ਵੀ ਗੁਰੂ ਕੇ ਸਿੱਖ ਇਸ ਜਗਤ ਵਿੱਚ ਵਸਦੇ ਨੇ। ਜੇ ਸਿੰਘ ਨੇ ਤੇ ਉੱਠ ਜੰਗ ਮਚਾਈ। ਜਿਹੜੇ ਸਿੱਖ ਰੋਜ਼ਾਨਾ ਉੱਠ ਕੇ ਥੜਥੱਲਾ ਮਚਾ ਦਿੰਦੇ ਸੀ, ਵੱਡੀਆਂ ਵੱਡੀਆਂ ਹਕੂਮਤਾਂ ਨੂੰ ਢੇਰ ਕਰ ਦਿੰਦੇ ਸੀ, ਉਹ ਹੁਣ ਨਜ਼ਰ ਨਹੀਂ ਆਉਂਦੇ। ਨਾਮ ਖਾਲਸਾ ਸਿੰਘ ਜਪਾਹੀ। ਉਹ ਸਿੱਖ ਕਹਿੰਦੇ ਵੀ ਹੁਣ ਤੇ ਕਹਾਵਤਾਂ ਹੀ ਬਣ ਗਈਆਂ ਵੀ ਗੁਰੂ ਨੇ ਖਾਲਸੇ ਸਾਜੇ ਸੀ ਜਿਹੜੇ ਨਾਮ ਜਪਦੇ ਸੀ, ਨਾਮ ਜਪਾਉਂਦੇ ਸੀ।
ਜੋ ਸਿੰਘ ਨਿਤ ਉਠ ਸ਼ਬਦ ਉਚਾਰੈ ਜਿਹੜੇ ਰੋਜ਼ਾਨਾ ਉੱਠ ਕਰਕੇ ਅੰਮ੍ਰਿਤ ਵੇਲੇ ਚੌਂਕੜਾ ਲਾ ਕੇ ਸ਼ਬਦ ਦਾ ਅਭਿਆਸ ਕਰਦੇ ਸਨ। ਕੋਟ ਕੋਟ ਨਿਤ ਤੁਰਕਨ ਮਾਰੈ ਜਿਹੜੇ ਰੋਜ਼ਾਨਾ ਤੁਰਕਾਂ ਦਾ ਜਾ ਕੇ ਸੋਧਾ ਲਾਉਂਦੇ ਸੀ। ਜਪ ਤਪ ਸੰਜਮ ਨੇਮ ਕਰਾਵੈ ਜਿਹੜੇ ਜਪ ਤਪ ਕਰਦੇ ਸੀ, ਸੰਜਮ ਧਾਰਦੇ ਸੀ, ਗੁਰੂ ਦਾ ਦੱਸਿਆ ਨੇਮ ਕਮਾਉਂਦੇ ਸੀ, ਉਹ ਹੁਣ ਬਹੁਤ ਦੂਰ ਰਹਿ ਗਏ। ਅਕਾਲ ਅਕਾਲ ਕਹਿ ਸੀਸ ਚੜਾਵੇ ਉਹ ਸਿੱਖ ਨਹੀਂ ਨਜ਼ਰ ਆਉਂਦੇ ਜਿਹੜੇ ਅਕਾਲ ਅਕਾਲ ਗੁਰਬਰ ਅਕਾਲ ਦੇ ਜਕਾਰੇ ਗਜਾਉਂਦੇ ਸੀ। ਅਬ ਮੈਂ ਤੁਮ ਹੀ ਸੇ ਊਹਾ ਸਿੰਘ ਬਸ ਹੁਣ ਤੇ ਸਾਰੇ ਇੱਧਰ ਉੱਧਰ ਚਲੇ ਗਏ ਨੇ। ਗਏ ਨੱਠ ਕਰ ਲੰਬੀ ਡਿੰਗ ਸਾਰੇ ਹੀ ਲੰਮੇ ਲੰਮੇ ਪੈਂਡੇ ਤੈਅ ਕਰਕੇ ਭੱਜ ਗਏ ਨੇ। ਦੋ ਰਾਜੈ ਸੁਨ ਸਿੰਘ ਜੀ ਚੁੱਪ ਚਿਪ ਲਈ ਜਨ ਕਰ ਬਿਛੂ ਡਾਂਗ ਜਦੋਂ ਸਿੱਖ ਨੇ ਇਹ ਬਚਨ ਕੀਤੇ ਨਾ ਵੀ ਜਿਸ ਤਰ੍ਹਾਂ ਤੁਸੀਂ ਜਾਨ ਬਚਾ ਕੇ ਆ ਗਏ ਤੇ ਹੁਣ ਦੂਜਿਆਂ ਨੂੰ ਲਾਂਭੇ ਦਿੰਦੇ ਹੋ, ਬਸ ਉਸੇ ਤਰ੍ਹਾਂ ਦੂਜੇ ਵੀ ਚਲੇ ਗਏ ਨੇ। ਤੇ ਇੱਕ ਇਹ ਵੀ ਬਚਨ ਕੀਤਾ ਵੀ ਹੁਣ ਸਿੱਖਾਂ ਬਾਰੇ ਕਹਾਵਤਾਂ ਹੀ ਰਹਿ ਗਈਆਂ ਵੀ ਖਾਲਸੇ ਸਾਜੇ ਸੀ, ਅੰਮ੍ਰਿਤ ਵੇਲੇ ਉੱਠਦੇ ਸੀ, ਅਣਖ ਵਾਲੇ ਸਨ, ਗੈਰਤ ਵਾਲੇ ਸਨ, ਅੰਮ੍ਰਿਤ ਵੇਲੇ ਦੇ ਅਭਿਆਸੀ ਸਨ। ਜਦੋਂ ਇਹ ਬਚਨ ਕੀਤੇ ਭਾਈ ਮਹਿਤਾਬ ਸਿੰਘ ਨੂੰ ਦੁਬਾਰਾ ਇਹ ਬਚਨ ਇਸ ਤਰ੍ਹਾਂ ਲੱਗੇ ਜਿਵੇਂ ਬਿੱਛੂ ਨੇ ਡੰਗ ਮਾਰਿਆ ਹੁੰਦਾ ਹੈ। ਤਬ ਮਨ ਅਚਬੀ ਬਹੁ ਲੱਗੀ ਚਿਤ ਧਰਾਇਓ ਮਰਨ ਸ਼ਾਂਕ ਬਸ ਫਿਰ ਭਾਈ ਮਹਿਤਾਬ ਸਿੰਘ ਖੜੇ ਹੋਏ, ਆਪਣੀ ਤੇਗ ਦੇ ਮੁੱਠੇ ਨੂੰ ਹੱਥ ਪਾਇਆ, ਕਹਿਣ ਲੱਗੇ ਖਾਲਸਾ ਜੀ, ਗੁਰੂ ਨਾਨਕ ਦੇ ਸਿੱਖ ਕਦੇ ਖਤਮ ਨਹੀਂ ਹੋਏ। ਮੈਂ ਜਾਵਾਂਗਾ ਜਾ ਕੇ ਹਰਮੰਦਰ ਸਾਹਿਬ ਦੁਸ਼ਟ ਦੀ ਧੌਣ ਲਾਵਾਂਗਾ ਤੇ ਜਾ ਕੇ ਗੁਰਬਰ ਅਕਾਲ ਦੇ ਜਕਾਰੇ ਗਜਾਵਾਂਗਾ, ਜਾਂ ਮਰਾਂਗਾ ਜਾਂ ਜਾ ਕਰਕੇ ਮੱਸਾ ਰੰਗੜ ਨੂੰ ਮਾਰਾਂਗਾ। ਇਸ ਤਰ੍ਹਾਂ ਭਾਈ ਮਹਿਤਾਬ ਸਿੰਘ ਨੇ ਬਚਨ ਕੀਤਾ। ਜਦੋਂ ਕੋਈ ਅਣਖ ਜਗਾਵੇ ਉਦੋਂ ਖਾਲਸਾ ਜੀ ਅੰਦਰਲਾ ਫਿਰ ਖੂਨ ਉਹ ਵੀਰ ਰਸ ਵਿੱਚ ਆਉਂਦਾ ਹੈ। ਇਹੋ ਕਾਰਨ ਹੈ ਵੀ ਜਦੋਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਹੋਣਾ ਨੂੰ ਵੇਖ ਕੇ ਕਿਹਾ ਨਾ ਵੀ ਜਿਹੜੇ ਝਾੜੀਆਂ ਵਿੱਚ ਲੁਕੇ ਨੇ ਇਹ ਬਹਿਰੂਪੀਏ ਲੱਗਦੇ ਨੇ, ਸਿੱਖ ਨਹੀਂ ਹੋ ਸਕਦੇ, ਕਿਉਂਕਿ ਜਿਹੜੇ ਸਿੱਖ ਹੁੰਦੇ ਨੇ ਕਦੇ ਲੁਕ ਕੇ ਨਹੀਂ ਬੈਠਦੇ। ਤੇ ਦੋ ਗੁਰੂ ਕਿਆਂ ਸਿੱਖਾਂ ਨੇ ਮੌਕੇ ਦੀ ਹਕੂਮਤ ਨੂੰ ਵੀ ਟਾਕਰਾ ਦੇ ਦਿੱਤਾ ਸੀਗਾ, ਮੌਕੇ ਦੀ ਹਕੂਮਤ ਨੂੰ ਭਾਜਣਾ ਪਾ ਦਿੱਤੀਆਂ ਸੀ। ਪਰ ਖਾਲਸਾ ਜੀ ਮੈਂ ਬੇਨਤੀ ਕਰਾਂ ਵੀ ਸ਼ਾਇਦ ਅੱਜ ਵੀ ਦੁਬਾਰਾ ਸਾਨੂੰ ਆਪਣੇ ਹਾਲਾਤਾਂ ਤੇ ਝਾਤ ਪਾਉਣ ਦੀ ਲੋੜ ਹੈ ਵੀ ਕਿਤੇ ਇਹ ਨਾ ਹੋਵੇ ਦੁਬਾਰਾ ਫਿਰ ਗੱਲਾਂ ਹੀ ਰਹਿ ਜਾਣ। ਕਿਉਂਕਿ ਜੋ ਉਸ ਸਮੇਂ ਸਿੱਖ ਨੇ ਕਿਹਾ ਨਾ ਵੀ ਗੁਰੂ ਕੇ ਸਿੱਖਾਂ ਬਾਰੇ ਲੋਕ ਕਹਿੰਦੇ ਆ ਵੀ ਸਿੱਖ ਹੁੰਦੇ ਸੀ ਅੰਮ੍ਰਿਤ ਵੇਲੇ ਉੱਠਦੇ ਸੀ, ਸਿੱਖ ਹੁੰਦੇ ਸੀ ਅਕਾਲ ਅਕਾਲ ਦੇ ਜਕਾਰੇ ਗਜਾਉਂਦੇ ਸੀ, ਸਿੱਖ ਹੁੰਦੇ ਸੀ ਗੁਰੂ ਕੀ ਰਹਿਤ ਵਿੱਚ ਪ੍ਰਪੱਕ ਹੁੰਦੇ ਸਨ। ਖਾਲਸਾ ਜੀ ਅੱਜ ਵੀ ਬੇਨਤੀ ਹੈ, ਅੰਮ੍ਰਿਤ ਵੇਲੇ ਨੂੰ ਕਦੇ ਛੱਡਣਾ ਨਹੀਂ ਚਾਹੀਦਾ। ਅੰਮ੍ਰਿਤ ਵੇਲੇ ਦੇ ਅਭਿਆਸੀ ਹੋਣਾ ਚਾਹੀਦਾ ਹੈ, ਬਾਣੀ ਦੇ ਅਭਿਆਸੀ ਹੋਣਾ ਚਾਹੀਦਾ ਹੈ। ਜੋ ਗੁਰੂ ਨੇ ਰਹਿਤ ਦੱਸੀ ਹੈ ਉਸ ਰਹਿਤ ਨੂੰ ਕਮਾਉਣਾ ਚਾਹੀਦਾ ਹੈ ਤੇ ਅੰਮ੍ਰਿਤ ਵੇਲੇ ਚੌਂਕੜਾ ਲਾ ਕਰਕੇ ਰਸਨਾ ਦੁਆਰਾ ਗੱਜ ਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ ਚਾਹੀਦਾ ਹੈ। ਤੇ ਇੱਕ ਹੋਰ ਬੇਨਤੀ ਕਿ ਖਾਲਸਾ ਜੀ ਭਾਵੇਂ ਜਿਸ ਮਰਜ਼ੀ ਖਿੱਤੇ ਵਿੱਚ ਜਾ ਕੇ, ਜਿਸ ਮਰਜ਼ੀ ਦੇਸ਼ ਵਿੱਚ ਜਾ ਕੇ ਕੰਮ ਕਰੀਏ, ਪਰ ਫਿਰ ਵੀ ਸ੍ਰੀ ਹਰਮੰਦਰ ਸਾਹਿਬ ਤੋਂ ਕਦੇ ਦੂਰ ਨਹੀਂ ਹੋਣਾ ਚਾਹੀਦਾ। ਸਾਲ ਦੇ ਵਿੱਚ ਇਹ ਨੇਮ ਸਾਰਿਆਂ ਨੂੰ ਜ਼ਰੂਰ ਬਣਾਉਣਾ ਚਾਹੀਦਾ ਹੈ ਕਿ ਕੰਮਾਂ ਕਾਰਾਂ ਤੋਂ ਵੇਲ ਲੈ ਕਰਕੇ ਆਪਣੇ ਬੱਚਿਆਂ ਨਾਲ, ਆਪਣੇ ਪਰਿਵਾਰਾਂ ਨਾਲ ਪੰਜਾਬ ਦੀ ਧਰਤੀ ਤੇ ਜਾ ਕਰਕੇ ਆਪਣੇ ਬੱਚਿਆਂ ਨੂੰ ਗੁਰਹਸਤਾਨਾਂ ਦੇ ਦਰਸ਼ਨ ਕਰਾ ਕੇ ਦਸੀਏ ਵੀ ਅਸੀਂ ਕਿੰਨਾ ਦੇ ਵਾਰਿਸ ਹਾਂ ਤੇ ਸਦਾ ਹਰਮੰਦਰ ਸਾਹਿਬ ਦੇ ਨਾਲ ਜੋੜ ਕੇ ਰੱਖੀਏ। ਕਿਤੇ ਉਹ ਨਾ ਹੋਵੇ ਵੀ ਦੁਬਾਰਾ ਫਿਰ ਪੰਜਾਬ ਦੇ ਵਿੱਚ ਕਹਾਵਤਾਂ ਹੀ ਰਹਿ ਜਾਣ ਵੀ ਪੰਜਾਬ ਵਿੱਚ ਗੁਰੂ ਕੇ ਸਿੱਖ ਹੁੰਦੇ ਸੀ ਪਰ ਨਜ਼ਰ ਨਹੀਂ ਆਉਂਦੇ। ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਹੀ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਬੱਚਿਆਂ ਦੇ ਵਿੱਚ ਸਤਿਗੁਰੂ ਦੀ ਸਿੱਖਿਆ ਨੂੰ ਦ੍ਰਿੜ ਕਰਵਾ ਕਰਕੇ ਬਾਣੀ ਬਾਣੇ ਦੇ ਧਾਰਨੀ ਬਣਾ ਕੇ ਸਦਾ ਇਹ ਪਰਪੱਕ ਹੋ ਕੇ ਰਹਿਤ ਦੇ ਵਿੱਚ ਪਹਿਰਾ ਦੇਣਾ ਚਾਹੀਦਾ ਹੈ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਘਰ ਘਰ ਪ੍ਰਚਾਰਦੇ ਰਹੀਏ। ਸੋਰਠਾ ਮਾੜੀ ਕੰਬੋਵਾਲ ਸੁੱਖਾ ਸਿੰਘ ਤਿਰਖਾਣ ਥੋ। ਹੁਣ ਭਾਈ ਮਹਿਤਾਬ ਸਿੰਘ ਜੀ ਦੇ ਨਾਲ ਮਾੜੀ ਕੰਬੋ ਕੇ ਪਿੰਡ ਤੋਂ ਭਾਈ ਸਾਹਿਬ ਭਾਈ ਸੁੱਖਾ ਸਿੰਘ ਤਰਖਾਣ ਉਹ ਵੀ ਖੜੇ ਹੋਏ। ਮਤਾਬ ਸਿੰਘ ਕੇ ਨਾਲ ਆਇਓ ਦੂਜੋ ਸਿਦਕ ਕਰ। ਉਹਨਾਂ ਨੇ ਵੀ ਸਿੱਖੀ ਸਿਦਕ ਨਿਭਾਇਆ, ਭਾਈ ਮਹਿਤਾਬ ਸਿੰਘ ਦੇ ਨਾਲ ਚੱਲੇ ਨੇ। ਚੌਪਈ ਉੱਠ ਕਰ ਸਿੰਘ ਜੀ ਫਤਿਹ ਬੁਲਾਈ। ਉਹਨਾਂ ਨੇ ਉੱਠ ਕਰਕੇ ਫਤਿਹ ਦਾ ਜਕਾਰਾ ਗਜਾਇਆ। ਚਰਨ ਛੋਹੇ ਸਿੰਘ ਆਗਿਆ ਪਾਈ। ਤੇ ਖਾਲਸਾ ਜੀ ਖਾਲਸੇ ਪੰਥ ਦੇ ਅੱਗੇ ਗੁਰੂ ਕੇ ਸਿੱਖਾਂ ਦੇ ਚਰਨ ਛੂਏ
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ, ਮੱਥਾ ਟੇਕਿਆ। ਅਰਦਾਸ ਕਰਕੇ ਦੋਵੇਂ ਗੁਰੂ ਕੇ ਸਿੱਖਾਂ ਨੇ ਚਾਲਾ ਪਾ ਦਿੱਤਾ ਹਮਾਰੇ ਜਾਏ ਤੁਰਕਨ ਤਾਈ। ਤੇ ਉਹਨਾਂ ਨੇ ਇਹ ਐਲਾਨ ਕੀਤਾ ਵੀ ਖਾਲਸਾ ਜੀ ਅਸੀਂ ਜਾ ਕਰਕੇ ਉਸ ਮੱਸੇ ਰੰਗੜ ਦਾ ਸਿਰ ਵੱਢਾਂਗੇ। ਚਰਨ ਛੂਹੋ ਮੈਂ ਖਾਲਸੇ ਆਈ। ਤੇ ਮੱਸੇ ਰੰਗੜ ਦਾ ਸਿਰ ਵੱਢ ਕੇ ਖਾਲਸੇ ਪੰਥ ਦੇ ਚਰਨਾਂ ਵਿੱਚ ਰੱਖਾਂਗੇ। ਜੇਕਰ ਸੀਸ ਲੱਗੇ ਗੁਰ ਅਰਥ। ਤੇ ਜੇ ਸਾਡਾ ਸਿਰ ਗੁਰੂ ਚਰਨਾਂ ਦੇ ਵਿੱਚ ਭੇਟਾ ਹੋ ਜਾਵੇ, ਧਨ ਜਨਮ ਧਨ ਮਰਨ ਸਮਰੱਥ। ਜੇ ਅਸੀਂ ਉੱਥੇ ਗਏ ਵੈਰੀ ਨਾਲ ਜੂਝਦੇ ਮਰ ਗਏ ਤੇ ਸਾਡਾ ਜਨਮ ਮਰਨ ਵੀ ਧਨ ਹੋ ਜਾਵੇਗਾ। ਤੁਰਕਨ ਲੜਨੇ ਮਰਨੋਂ ਡਰੇ। ਤੇ ਜਿਹੜੇ ਤੁਰਕ ਨੇ ਉਹਨਾਂ ਤੋਂ ਅਸੀਂ ਲੜਨ ਤੋਂ ਮਰਨ ਤੋਂ ਡਰਦੇ ਨਹੀਂ, ਜਾ ਕੇ ਮੁਕਾਬਲਾ ਕਰਾਂਗੇ। ਤ੍ਰਿਕ ਤੇ ਸਜਨੀ ਤ੍ਰਿਕ ਪਿਤ ਕਰੇ। ਤੇ ਜਿਹੜਾ ਤੁਰਕਾਂ ਤੋਂ ਲੜਨ ਤੋਂ ਡਰਦਾ ਹੈ, ਮਰਨ ਤੋਂ ਡਰਦਾ ਹੈ, ਕਹਿੰਦੇ ਉਹਦੇ ਮਾਤਾ ਪਿਤਾ ਉੱਤੇ ਵੀ ਧ੍ਰਿਗਕਾਰ ਹੈ, ਕਿਉਂਕਿ ਗੁਰੂ ਕਾ ਸਿੱਖ ਨਾ ਮਰਨ ਤੋਂ ਡਰਦਾ ਨਾ ਲੜਨ ਤੋਂ ਡਰਦਾ ਹੈ। ਦੋਹਰਾ ਮਰਨੇ ਤੇ ਕਿਆ ਡਰਪਨਾ ਲੈ ਪੋਹਲ ਖੰਡੇ ਧਾਰ। ਕਹਿੰਦੇ ਜਦੋਂ ਖੰਡੇ ਦੀ ਪੋਲ ਲਈ ਹੋਵੇ ਫਿਰ ਮਰਨ ਤੋਂ ਡਰਨਾ ਨਹੀਂ ਚਾਹੀਦਾ। ਜਬ ਹਾਸ ਸੰਧੋਰਾ ਲੈ ਤੁਰੇ ਮਰਨੋਂ ਡਰੇ ਨਾ ਨਾਰ। ਖਾਲਸਾ ਜੀ ਹਾਥ ਸੰਧੋਰਾ ਤੋਂ ਭਾਵ ਪੁਰਾਣੇ ਸਮੇਂ ਵਿੱਚ ਭਾਰਤ ਦਾ ਇਹ ਕਲਚਰ ਸੀ ਵੀ ਜਦੋਂ ਕਿਸੇ ਇਸਤਰੀ ਦਾ ਪਤੀ ਮਰ ਜਾਂਦਾ ਸੀ ਤਾਂ ਉਹ ਲਾਲ ਕੱਪੜੇ ਵਿੱਚ ਨਾਰੀਅਲ ਨੂੰ ਲਪੇਟ ਕੇ ਹੱਥ ਵਿੱਚ ਪਕੜ ਲੈਂਦੀਆਂ ਸਨ ਤੇ ਖਾਲਸਾ ਜੀ ਆਪਣੇ ਪਤੀ ਦੀ ਚਿਖਾ ਦੇ ਵਿੱਚ ਜਾ ਕੇ ਛਾਲ ਮਾਰ ਦਿੰਦੀਆਂ ਸੀ, ਉਹ ਹੱਥ ਵਿੱਚ ਪਕੜ ਕੇ ਸਤੀ ਹੋ ਜਾਂਦੀਆਂ ਸੀ। ਤੇ ਭਾਈ ਰਤਨ ਸਿੰਘ ਭੰਗੂ ਕਹਿੰਦੇ ਗੁਰੂ ਕੇ ਸਿੱਖਾਂ 'ਚ ਵੀ ਇਹ ਭਾਵਨਾ ਵੀ ਜਦੋਂ ਖੰਡੇ ਦੀ ਪੋਲ ਲੈ ਲੈਂਦੇ, ਇਹ ਫਿਰ ਗੁਰੂ ਘਰ ਦੀ ਰਹਿਤ ਪਿੱਛੇ, ਪੰਥ ਦੀ ਮਰਿਆਦਾ ਦੇ ਪਿੱਛੇ ਹੱਥ ਦੇ ਵਿੱਚ ਤੇਗ ਪਕੜ ਕਰਕੇ ਸਤੀ ਦੀ ਤਰ੍ਹਾਂ ਕਹਿੰਦੇ ਸਿਰ ਧੜ ਦੀ ਬਾਜੀ ਲਾਉਣ ਤੋਂ ਫਿਰ ਡਰਦੇ ਨਹੀਂ। ਜੋ ਪਈ ਕਰਮ ਕਰਮ ਕਰ ਸਿੰਘ ਵਰਤੀ ਆਏ। ਖਾਲਸਾ ਜੀ ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਅਰਦਾਸਾਂ ਕੀਤੀਆਂ। ਖਾਲਸੇ ਪੰਥ ਦੀ ਆਗਿਆ ਦੇ ਨਾਲ ਅੰਮ੍ਰਿਤਸਰ ਆਉਂਦੇ ਨੇ, ਕਿਉਂਕਿ ਪਹਿਲਾਂ ਜੋ ਕਿ ਬੁੱਢਾ ਜੋੜ ਹੈ ਰਾਜਸਥਾਨ ਦੇ ਵਿੱਚ, ਉੱਥੇ ਗੁਰੂ ਖਾਲਸਾ ਪੰਥ ਨੇ ਉਤਾਰਾ ਕੀਤਾ ਸੀ। ਖਾਲਸਾ ਪੰਥ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਉਸ ਵਕਤ ਬੁੱਢਾ ਜੋੜ ਦੀ ਧਰਤੀ ਤੇ ਵਿਚਰ ਰਹੇ ਸੀ। ਉੱਥੇ ਅੱਜ ਵੀ ਇਤਿਹਾਸਕ ਗੁਰਦੁਆਰਾ ਸਾਹਿਬ ਅਸਥਾਨ ਉੱਥੇ ਮੌਜੂਦ ਹੈ, ਸੰਗਤਾਂ ਦਰਸ਼ਨ ਕਰ ਸਕਦੀਆਂ। ਤੇ ਕਹਿੰਦੇ ਨੇ ਇਤਿਹਾਸ ਵਿੱਚ ਇਹ ਵੀ ਆਉਂਦਾ ਹੈ ਵੀ ਜਦੋਂ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਜੀ ਉਸ ਬੁੱਢਾ ਜੋੜ ਗਏ, ਖਾਲਸਾ ਜੀ ਉੱਥੇ ਉਹਨਾਂ ਨੇ ਖਾਲਸੇ ਪੰਥ ਅੱਗੇ ਇਹ ਬੇਨਤੀ ਕੀਤੀ ਵੀ ਅਸੀਂ ਮੱਸੇ ਰੰਗੜ ਦਾ ਸਿਰ ਵੱਢਣ ਜਾ ਰਹੇ ਹਾਂ। ਤੇ ਇੱਕ ਹੋਰ ਬੜਾ ਵੱਡਾ ਨੁਕਤਾ ਉੱਥੇ ਇਤਿਹਾਸਕ ਲਿਖਤਾਂ ਵਿੱਚ ਆਉਂਦਾ ਹੈ ਵੀ ਉਸ ਵਕਤ ਉੱਥੇ ਪੰਥ ਦੇ ਵਿੱਚ ਇੱਕ ਵਿਚਾਰ ਚੱਲ ਰਹੀ ਸੀ। ਜੋ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਉਹ ਪੋਥੀਆਂ ਦੇ ਵਿੱਚ ਸੀ, ਪੋਥੀਆਂ ਦੀ ਤਰ੍ਹਾਂ ਮੌਜੂਦ ਸੀ। ਜਿਸ ਤਰ੍ਹਾਂ ਅਕਾਲ ਉਸਤਤ ਸਾਹਿਬ ਦੀ ਵੱਖਰੀ ਪੋਥੀ, ਬਚਿੱਤਰ ਨਾਟਕ ਦੀ ਵੱਖਰੀ ਪੋਥੀ, ਇਸ ਤਰ੍ਹਾਂ ਵੱਖ-ਵੱਖ ਪੋਥੀਆਂ ਸਨ। ਖਾਲਸਾ ਜੀ ਉਦੋਂ ਫਿਰ ਇਹ ਪੰਥ ਵਿੱਚ ਵਿਚਾਰ ਚੱਲ ਰਹੀ ਸੀ ਵੀ ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵੇਲੇ ਇਹ ਦਸਵੇਂ ਪਾਤਸ਼ਾਹ ਦੀ ਬਾਣੀ ਇੱਕ ਸਰੂਪ ਵਿੱਚ ਇਕੱਤਰਤ ਸੀ, ਉਸੇ ਤਰ੍ਹਾਂ ਇਕੱਤਰਤ ਕਰ ਦਈਏ। ਤੇ ਉਸ ਵਕਤ ਜਦੋਂ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਜੀ ਉੱਥੇ ਪਹੁੰਚੇ, ਕੁਝ ਗੁਰੂ ਕੇ ਸਿੱਖ ਕਹਿੰਦੇ ਵੀ ਦਸਵੇਂ ਪਾਤਸ਼ਾਹ ਵੇਲੇ ਤਾਂ ਸਰੂਪ ਸੀ, ਪਰ ਹੁਣ ਪੋਥੀਆਂ ਵਿੱਚ ਹੈ ਤੇ ਪੋਥੀਆਂ ਵਿੱਚ ਹੀ ਰਹਿਣ ਦਿਓ। ਪਰ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਪਹੁੰਚੇ ਤੇ ਕਹਿੰਦੇ ਖਾਲਸਾ ਜੀ ਜੇ ਤਾਂ ਮੱਸੇ ਰੰਗੜ ਦਾ ਸਿਰ ਵੱਢ ਕੇ ਪੰਥ ਦੇ ਸਾਹਮਣੇ ਪੇਸ਼ ਕਰ ਦਿੱਤਾ ਬਿਨਾਂ ਕਿਸੇ ਸ਼ੰਕੇ ਤੋਂ, ਕਲਗੀਧਰ ਪਾਤਸ਼ਾਹ ਦੀ ਬਾਣੀ ਨੂੰ ਕਲਗੀਧਰ ਪਾਤਸ਼ਾਹ ਦਾ ਰੂਪ ਸਮਝਦੇ ਹੋਏ ਇੱਕ ਸਰੂਪ ਦੇ ਵਿੱਚ ਇਕੱਤਰਤ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਪ੍ਰਕਾਸ਼ਮਾਨ ਕਰਕੇ ਗੁਰੂ ਕਾ ਸਿੱਖ ਬਾਣੀ ਪੜ੍ਹੇ, ਬਾਣੀ ਦਾ ਜਾਪ ਕਰੇ। ਤੇ ਜੇ ਮੱਸੇ ਰੰਗੜ ਦਾ ਸਿਰ ਨਾ ਵੱਢ ਕੇ ਲਿਆਏ ਫਿਰ ਇੱਥੇ ਨਹੀਂ ਆਵਾਂਗੇ, ਉੱਥੇ ਹੀ ਮਰ ਜਾਵਾਂਗੇ, ਪਰ ਵਾਪਸ ਨਹੀਂ ਆਵਾਂਗੇ। ਉਦੋਂ ਫਿਰ ਖਾਲਸਾ ਜੀ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਗੁਰੂ ਦੀ ਕਿਰਪਾ ਦੇ ਨਾਲ ਸਿਰ ਵੱਢ ਕੇ ਬੁੱਢਾ ਜੋੜ ਖਾਲਸੇ ਪੰਥ ਦੇ ਸਾਹਮਣੇ ਪੇਸ਼ ਕਰਦੇ ਆ। ਤੇ ਜੋ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਸਤਿਗੁਰਾਂ ਦੇ ਨਾਲ ਰਹੇ ਸੀ, ਉਹਨਾਂ ਨੇ ਸਮੁੱਚੀ ਬਾਣੀ ਨੂੰ ਉਸੇ ਤਰ੍ਹਾਂ ਇਕੱਤਰਤ ਕੀਤਾ ਜਿਸ ਤਰ੍ਹਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਸੀ।
ਸੋ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਹੁਣ ਬੁੱਢਾ ਜੋੜ ਦੀ ਧਰਤੀ ਤੋਂ ਚੱਲ ਕੇ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਦੇ ਨੇ। ਅੰਮ੍ਰਿਤਸਰ ਟਿਗ ਫਿਰਨ ਨਾ ਪਾਏ। ਖਾਲਸਾ ਜੀ ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ, ਹੁਣ ਉੱਥੇ ਵੇਖਿਆ ਵੀ ਸਾਰੇ ਪਾਸੇ ਫੌਜ ਨੇ ਘੇਰਾਬੰਦੀ ਕੀਤੀ ਹੈ। ਕਰੀ ਸੋਚ ਕਛ ਯਤਨ ਕਮਈਏ। ਉਦੋਂ ਫਿਰ ਸਿੰਘਾਂ ਨੇ ਆਪਸ ਦੇ ਵਿੱਚ ਇੱਕ ਸੋਚ ਵਿਚਾਰ ਕੀਤੀ ਵੀ ਕੋਈ ਯਤਨ ਕਰੀਏ ਹਰਮੰਦਰ ਸਾਹਿਬ ਨੂੰ ਜਾਣ ਦਾ। ਟਕੇ ਭਰਨ ਕੋ ਰੂਪ ਬਣਾਈਏ। ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਨੇ ਗੁਰਮਤਾ ਕੀਤਾ ਵੀ ਆਪਾਂ ਲੰਬੜਦਾਰ ਬਣ ਜਾਂਦੇ ਆ ਤੇ ਜਾ ਕੇ ਫੌਜ ਨੂੰ ਕਵਾਂਗੇ ਕਿ ਅਸੀਂ ਤੇ ਜਨਾਬ ਨੂੰ ਮਾਮਲਾ ਦੇਣ ਆਏ ਆ, ਟਕੇ ਭਰਨ ਆਏ ਹਾਂ। ਦੋਹਰਾ ਸਿੰਘ ਕਹੇ ਹਮ ਜਿਮ ਪੁਜੇ ਕੋਈ ਸਤਿਗੁਰੂ ਬਾਤ ਬਣਾਉ। ਖਾਲਸਾ ਜੀ ਜੋ ਇਹਨਾਂ ਗੁਰਮਤਾ ਕੀਤਾ, ਮਨ ਵਿੱਚ ਉਹ ਗੁਰਮਤਾ ਧਾਰ ਕੇ ਫਿਰ ਕਲਗੀਧਰ ਪਾਤਸ਼ਾਹ ਨੂੰ ਹਾਜ਼ਰ ਜਾਣ ਕੇ ਦੋਵੇਂ ਗੁਰੂ ਕੇ ਸਿੱਖਾਂ ਨੇ ਅਰਦਾਸ ਕੀਤੀ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਜੋ ਅਸੀਂ ਗੁਰਮਤਾ ਕੀਤਾ ਹੈ ਵਿਚਾਰ ਬਣਾਈ ਹੈ, ਕਿਰਪਾ ਕਰਿਓ ਉਸੇ ਤਰ੍ਹਾਂ ਵਿਧੀ ਬਣਾ ਦਿਓ ਤਾਂ ਜੋ ਅਸੀਂ ਹਰਮੰਦਰ ਸਾਹਿਬ ਪਹੁੰਚ ਸਕੀਏ। ਜਾਏ ਮਸੇ ਕੋ ਸਿਰ ਕਟੈ ਨੈ ਰਸਤੇ ਹੁਏ ਅਟਕਾਉ। ਕਲਗੀਧਰ ਪਾਤਸ਼ਾਹ ਕਿਰਪਾ ਕਰਿਓ, ਰਾਹ ਵਿੱਚ ਨਾ ਅਟਕ ਜਾਈਏ, ਹਰਮੰਦਰ ਸਾਹਿਬ ਜਾ ਕੇ ਹਰਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਈਏ ਤੇ ਜਾ ਕੇ ਦੁਸ਼ਟ ਦਾ ਸਿਰ ਵੱਢ ਦਈਏ। ਜੋ ਪਈ ਸੋ ਸਤਿਗੁਰ ਵਿਧੀ ਬਣਾਈ। ਜਦੋਂ ਖਾਲਸਾ ਜੀ ਕਲਗੀਆਂ ਵਾਲੇ ਦੇ ਚਰਨਾਂ ਵਿੱਚ ਅਰਦਾਸ ਕੀਤੀ, ਜਦੋਂ ਨਿਸ਼ਚਾ ਪੱਕਾ ਸੀ, ਉਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਹਿਮਤ ਦੇ ਨਾਲ ਉਹੀ ਵਿਧੀ ਬਣ ਗਈ ਜੋ ਗੁਰੂ ਕੇ ਸਿੱਖਾਂ ਨੇ ਸੋਚੀ ਹੋਈ ਸੀ। ਸਿਖਰ ਦੁਪਹਿਰੀ ਮੈਂ ਬਣ ਆਈ। ਤੇ ਕਹਿੰਦੇ ਬਿਲਕੁਲ ਸਿਖਰ ਦੁਪਹਿਰ ਦਾ ਵੇਲਾ ਸੀ ਜਦੋਂ ਦੋਵੇਂ ਗੁਰੂ ਕੇ ਸਿੱਖ ਹਰਮੰਦਰ ਸਾਹਿਬ ਪਹੁੰਚੇ। ਵਗੀ ਪਵਨ ਬੋ ਘਟਾ ਉਡਾਨਾ। ਕਹਿੰਦੇ ਕਲਗੀਆਂ ਵਾਲੇ ਨੇ ਅਸੀਂ ਖੇਡ ਰਚ ਦਿੱਤੀ ਵੀ ਜਦੋਂ ਦੋਵੇਂ ਗੁਰੂ ਕੇ ਸਿੱਖ ਅੰਮ੍ਰਿਤਸਰ ਪਹੁੰਚੇ, ਕਹਿੰਦੇ ਬੜੀ ਤੇਜ਼ ਹਵਾ ਚੱਲਣ ਲੱਗ ਪਈ। ਹਿਮ ਕਰ ਲੀਨੋ ਮੁਖ ਛਿਪਾਨਾ। ਤੇ ਕਹਿੰਦੇ ਇਹਨਾਂ ਦੋਵੇਂ ਗੁਰੂ ਕਿਆਂ ਸਿੱਖਾਂ ਨੇ ਆਪਣੇ ਮੂੰਹ ਉਹ ਆਪਣੇ ਪਰਨਿਆਂ ਦੇ ਨਾਲ ਬੰਨ ਲਏ ਵੀ ਤਾਂ ਕਿ ਕਿਸੇ ਨੂੰ ਦਾੜੇ ਨਜ਼ਰ ਨਾ ਆਉਣ ਤੇ ਕੋਈ ਪਹਿਚਾਨ ਨਹੀਂ ਸਕੇਗਾ। ਪਰ ਕਹਿੰਦੇ ਇਹ ਵਿਧੀ ਵੀ ਕਲਗੀਆਂ ਵਾਲੇ ਨੇ ਬਣਾਈ ਵੀ ਹਵਾ ਚੱਲ ਰਹੀ ਸੀ, ਹਨੇਰ ਚੱਲ ਰਿਹਾ ਸੀ, ਕਹਿੰਦੇ ਉੱਥੇ ਜਿਹੜੇ ਫੌਜਦਾਰ ਸਨ ਉਹਨਾਂ ਨੇ ਵੀ ਆਪਣੇ ਮੂੰਹ ਬੰਨ ਲਏ ਸੀ ਘੱਟਾ ਮਿੱਟੀ ਕਰਕੇ, ਤੇ ਇਸ ਕਰਕੇ ਉਹਨਾਂ ਨੇ ਇਹਨਾਂ ਨੂੰ ਵੀ ਨਹੀਂ ਪੁੱਛਿਆ ਵੀ ਤੁਸੀਂ ਮੂੰਹ ਕਿਉਂ ਬੰਨੇ ਨੇ। ਦੋਹਰਾ ਸਿਖਰ ਦੁਪਹਿਰੀ ਭਾਦਵੇ ਸੂਰਜ ਅਤ ਤਪਤਾਏ। ਭਾਦੋ ਮਹੀਨੇ ਦੀ ਸਿਖਰ ਦੁਪਹਿਰ ਨੂੰ ਕਹਿੰਦੇ ਸੂਰਜ ਪੂਰਾ ਤਪ ਰਿਹਾ ਸੀ ਜਦੋਂ ਦੋਵੇਂ ਗੁਰੂ ਕੇ ਸਿੱਖ ਪਹੁੰਚਦੇ ਨੇ। ਕਦ ਬਰਸੇ ਕਦ ਉਜੜੇ ਬਿਦ ਐਸੀ ਲਈ ਤਕਾਏ। ਕਹਿੰਦੇ ਨੇ ਕਦੇ ਫਿਰ ਹਵਾ ਚੱਲਣ ਲੱਗ ਜਾਵੇ, ਕਦੇ ਕਣੀਆਂ ਪੈਣ ਲੱਗ ਜਾਣ, ਐਸੀ ਵਿਧੀ ਸਤਿਗੁਰੂ ਨੇ ਬਣਾ ਦਿੱਤੀ। ਜੋ ਪਈ ਧੁੱਪ ਲੱਗੀ ਫੌਜ ਛਾਵੇਂ ਗਈ। ਕਹਿੰਦੇ ਕੜਾਕੇ ਦੀ ਫਿਰ ਧੁੱਪ ਨਿਕਲ ਗਈ। ਕਹਿੰਦੇ ਕੜਾਕੇ ਦੀ ਜਦੋਂ ਧੁੱਪ ਨਿਕਲੀ ਤੇ ਕਹਿੰਦੇ ਜਿਹੜੀ ਫੌਜ ਸੀ ਉਹ ਦਰਖਤਾਂ ਦੇ ਹੇਠਾਂ ਹੋ ਗਈ। ਕਿਛ ਬਰਖਾ ਕਰ ਡੇਰਨ ਵਹੀ। ਤੇ ਥੋੜੀ ਦੇਰ ਬਾਅਦ ਕਹਿੰਦੇ ਮੀਂਹ ਪੈਣ ਲੱਗ ਪਿਆ, ਬਰਖਾ ਹੋਣ ਲੱਗ ਪਈ। ਤੇ ਕਹਿੰਦੇ ਜਿਹੜੇ ਫੌਜੀ ਸਨ ਉਹ ਸਿਪਾਹੀਆਂ ਨੇ ਕਿਹਾ ਵੀ ਕਿਤੇ ਓਲੇ ਹੋ ਜਾਓ, ਐਵੇਂ ਮੀਂਹ ਵਿੱਚ ਭਿੱਜ ਨਾ ਜਾਈਏ। ਮੱਸੇ ਸਾਰੰਗ ਰਾਗ ਗਵਾਇਆ। ਤੇ ਹੁਣ ਦੋਵੇਂ ਗੁਰੂ ਕੇ ਸਿੱਖ ਹਰਮੰਦਰ ਸਾਹਿਬ ਪਹੁੰਚੇ ਜਿੱਥੇ ਮੱਸਾ ਰੰਗੜ ਸਾਰੰਗ ਰਾਗ ਗਵਾ ਰਿਹਾ ਸੀ। ਵਿਚੇ ਮਲਾਰੇ ਰਾਗ ਅਲਾਇਆ। ਮਲਾਰ ਤੇ ਸਾਰੰਗ ਰਾਗ ਨੂੰ ਗਵਾ ਕੇ ਕੰਜਰੀਆਂ ਦਾ ਨਾਚ ਵੇਖ ਰਿਹਾ ਸੀ। ਦੋਹਰਾ ਕੋ ਸੁਤੋ ਕੋ ਜਾਗਤੋ ਕਿਨੇ ਨ ਲਿਓ ਭੇਦ। ਕਹਿੰਦੇ ਕੋਈ ਸਿਪਾਹੀ ਸੁੱਤਾ, ਕੋਈ ਕਹਿੰਦੇ ਕਿਸੇ ਛਾਵੇਂ ਹੋ ਕੇ ਓਲੇ ਹੋ ਕਰਕੇ ਬੈਠਾ, ਕਿਸੇ ਨੂੰ ਵੀ ਪਤਾ ਨਾ ਲੱਗਾ ਵੀ ਦੋਵੇਂ ਗੁਰੂ ਕੇ ਸਿੱਖ ਪਹੁੰਚ ਗਏ ਨੇ। ਦਰਵਾਜੇ ਦਰਸ਼ਨੀ ਜਾ ਟੁਕੇ ਉਤਰੇ ਤੈ ਬਿਨ ਖੇਦ। ਤੇ ਖਾਲਸਾ ਜੀ ਦਰਸ਼ਨੀ ਡਿਉੜੀ ਜਿੱਥੇ ਲਾਚੀ ਬੇਰੀ ਹੈ ਉੱਥੇ ਦੋਵੇਂ ਗੁਰੂ ਕੇ ਸਿੱਖਾਂ ਨੇ ਘੋੜੇ ਬਣ ਦਿੱਤੇ। ਜੋ ਪਈ ਦੋਈ ਵੱਲ ਦੋਏ ਘੋੜੇ ਲਾਏ। ਲਾਚੀ ਬੇਰੀ ਦੇ ਦੋਵੇਂ ਪਾਸੇ ਗੁਰੂ ਕੇ ਸਿੱਖਾਂ ਨੇ ਆਪਣੇ ਘੋੜੇ ਖਿਲਾਰ ਦਿੱਤੇ। ਦੋਵੇਂ ਬਰਛੇ ਤਹਾਂ ਛਪਾਏ। ਤੇ ਆਪਣੇ ਬਰਛੇ ਵੀ ਲਾਚੀ ਬੇਰੀ ਦੇ ਓਲੇ ਲੁਕਾ ਦਿੱਤੇ। ਬਗਲਨ ਮੈਂ ਤਲਵਾਰ ਲੁਕਾਈ। ਤੇ ਖਾਲਸਾ ਜੀ ਜਿਨ੍ਹਾਂ ਨੇ ਬੁੱਕਲ ਮਾਰੀ ਹੋਈ ਸੀ ਚਾਦਰੇ ਦੀ, ਕਹਿੰਦੇ ਉਹ ਚਾਦਰ ਦੀ ਬੁੱਕਲ ਦੇ ਹੇਠਾਂ ਇਹਨਾਂ ਨੇ ਆਪਣੀਆਂ ਤੇਗਾਂ ਕਿਰਪਾਨਾਂ ਲੁਕਾ ਲਈਆਂ। ਜਿਮ ਕਰ ਨਾਹੀ ਟੋਕੇ ਕੋਈ। ਜਿਸ ਤਰ੍ਹਾਂ ਕਿ ਕਿਸੇ ਨੂੰ ਪਤਾ ਨਾ ਲੱਗੇ, ਕਿਉਂਕਿ ਉੱਤੇ ਚਾਦਰਾਂ ਥੱਲੇ ਕਿਰਪਾਨਾਂ, ਕਿਸੇ ਨੂੰ ਪਤਾ ਨਹੀਂ ਲੱਗਾ ਵੀ ਇਹ ਤਾਂ ਸ਼ਸਤਰਧਾਰੀ ਸਿੱਖ ਨੇ। ਉਹ ਜਾਣੇ ਕੋ ਇਹ ਛਪਾਈ। ਤੇ ਖਾਲਸਾ ਜੀ ਇਸ ਤਰ੍ਹਾਂ ਕਹਿੰਦੇ ਦੋਵੇਂ ਗੁਰੂ ਕੇ ਸਿੱਖ ਕਿਰਪਾਨਾਂ ਲੁਕਾ ਕਰਕੇ ਹੁਣ ਮੱਸੇ ਰੰਗੜ ਦੇ ਸਾਹਮਣੇ ਪਹੁੰਚ ਗਏ। ਮਾਲ ਲਿਆਏ ਕਰ ਉਗਰਾਹੀ। ਤੇ ਜਾ ਕੇ ਕਹਿੰਦੇ ਜਨਾਬ ਤੇਰੇ ਲਈ ਅਸੀਂ ਮਾਲ ਉਗਰਾਈ ਕਰਕੇ ਲਿਆਏ ਹਾਂ। ਕਿਛ ਬਾਜੇ ਕਿਛ ਗਾਜੇ ਪਰੇ। ਇਸ ਤਰ੍ਹਾਂ ਖਾਲਸਾ ਜੀ ਜਦੋਂ ਜਾ ਕੇ ਕਿਹਾ ਵੀ ਤੇਰੇ ਲਈ ਮਾਲ ਉਗਰਾ ਕੇ ਲਿਆਏ ਆ,
ਕਹਿੰਦੇ ਉੱਥੇ ਅੱਧੇ ਲੋਕ ਤਾਂ ਉਹ ਨਾਚ ਵੇਖ ਕਰਕੇ ਕੰਜਰੀ ਦਾ ਮਸਤ ਹੋਏ ਪਏ ਸੀ। ਇਹਨਾਂ ਵੱਲ ਕਿਸੇ ਦਾ ਧਿਆਨ ਹੀ ਨਾ ਗਿਆ ਵੀ ਇਹ ਕਿਹੜੇ ਪਿੰਡ ਦੇ ਲੰਬੜਦਾਰ ਨੇ, ਕਿੱਥੋਂ ਆਏ ਨੇ। ਔਰ ਦੇਖੇ ਬਹੁ ਨਟਨੀ ਖਰੇ, ਖਾਲਸਾ ਜੀ ਬਸ ਉਹ ਨਾਚ ਦੇ ਵਿੱਚ ਮਸਤ ਹੋਏ ਪਏ ਤੇ ਗੁਰੂ ਕੇ ਸਿੱਖ ਕਹਿੰਦੇ ਵੀ ਹੁਣ ਅਸਲੀ ਨਾਚ ਤੇ ਇਸ ਮੱਸੇ ਰੰਗੜ ਨੂੰ ਅਸੀਂ ਨਚਾਵਾਂਗੇ। ਇਸ ਤਰ੍ਹਾਂ ਗੁਰੂ ਕਿਆਂ ਸਿੱਖਾਂ ਨੇ ਫੈਸਲਾ ਧਾਰ ਲਿਆ। ਹੁਣ ਜਿਸ ਤਰ੍ਹਾਂ ਮੱਸੇ ਰੰਗੜ ਦਾ ਸਿਰ ਵੱਢਿਆ ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਇੱਥੇ ਹੀ ਅਰਦਾਸ ਕਰੀਏ, ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਲੈਣਾ। ਆਓ ਅਖੀਰ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਸਾਰੀ ਪਿਆਰ ਸਹਿਤ ਉਚਾਰਨ ਕਰੋ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ, ਹੇ ਸੰਤਹਿ ਕੇ ਸਦਾ ਸੰਗ ਨੇ ਧਾਰਾ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀਜੈ ਨਾਮ ਦਾਨ ਰਾਖੋ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਪਰਮ ਸਨਮਾਨਯੋਗ ਗੁਰੂ ਸਾਧ ਸੰਗਤ ਜੀ, ਆਪ ਜੀ ਨੂੰ ਪ੍ਰਾਚੀਨ ਪੰਥ ਪ੍ਰਕਾਸ਼ ਪੂਰੇ ਇਤਿਹਾਸ ਸਰਵ ਕਰਵਾ ਸਨ। ਸਤਿਕਾਰਯੋਗ ਗਿਆਨੀ ਸੁਖਜੀਤ ਸਿੰਘ ਜੀ ਘਨਈਆ, ਮੁੱਖ ਪ੍ਰਚਾਰਕ ਬਾਬਾ ਬੁੱਢਾ ਦਲ 96 ਕਰੋੜੀ, ਪ੍ਰਬੰਧ ਅਤੇ ਸੰਗਤ ਵੱਲੋਂ ਸਤਿਕਾਰਯੋਗ ਗਿਆਨੀ ਸੁਖਜੀਤ ਸਿੰਘ ਜੀ ਘਨਈਆ ਦਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ, ਜੋ ਕਿ ਬਹੁਤ ਹੀ ਪ੍ਰੇਮ ਪਿਆਰ ਸ਼ਰਧਾ ਭਾਵਨਾ ਨਾਲ ਅਤੇ ਮੌਜੂਦਾ ਸਮੇਂ ਨੂੰ ਸੁਚੇਤ ਕਰਦੇ ਹੋਏ ਨੌਜਵਾਨ ਖਾਸ ਗੁਰਸਿੱਖ ਸੰਗਤਾਂ ਨੂੰ ਆਪ ਸੰਗੁਰੂ ਚਰਨ ਨਾਲ ਜੋੜ ਰਹੇ ਸਨ। ਗਿਆਨੀ ਜੀ ਦਾ ਹਾਰਦਿਕ ਬਹੁਤ ਬਹੁਤ ਧੰਨਵਾਦ। ਸੋ ਇਹ ਵਿਚਾਰਾਂ ਸਰਵਣ ਕਰਕੇ ਜ਼ਰੂਰ ਅਮਲ ਕਰਕੇ ਆਪਣੀ ਗੁਰਸਿੱਖੀ ਅਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਹਮੇਸ਼ਾ ਵਾਸਤੇ ਤਤਪਰ ਸੰਗਤਾਂ ਨੂੰ ਰਹਿਣ ਦੀ ਬਹੁਤ ਜ਼ਰੂਰਤ ਹੈ। ਇਹ ਵਿਸ਼ੇਸ਼ ਤੌਰ ਤੇ ਇੱਕ ਆਪਾਂ ਸਿਰਫ ਸੰਗਤ ਕਰਕੇ ਸਰਵਣ ਕਰਕੇ ਛੱਡਣ ਵਾਲੀਆਂ ਗੱਲਾਂ ਨਹੀਂ, ਇਹਨਾਂ ਦੀ ਬਹੁਤ ਜ਼ਿਆਦਾ ਅੱਜ ਆਪਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਪੈ ਰਹੀ ਹੈ, ਕਿਉਂਕਿ ਸਿੱਖੀ ਨੂੰ ਢਾਹ ਚਾਰੇ ਪਾਸਿਆਂ ਤੋਂ ਬਹੁਤ ਜ਼ਿਆਦਾ ਖਾਸ ਕਰਕੇ ਇੰਡੀਆ ਵਿਖੇ ਲੱਗ ਰਹੀ ਹੈ। ਨਿਤਨੇਮੀ ਹੋ ਕੇ ਅੰਮ੍ਰਿਤ ਵੇਲੇ ਦੀ ਸੰਭਾਲਣਾ ਕਰਦੇ ਹੋਏ ਪੰਥ ਦੀ ਚੜ੍ਹਦੀ ਕਲਾ ਸਭਾ ਦੇ ਭਲੇ ਵਾਸਤੇ ਆਪਣਾ ਉੱਚਾ ਸੁੱਚਾ ਜੀਵਨ ਬਣਾ ਕੇ ਤਤਪਰ ਹਮੇਸ਼ਾ ਵਾਸਤੇ ਰਹਿਣਾ ਚਾਹੀਦਾ। ਇਹੀ ਇਸ ਪ੍ਰਾਚੀਨ ਪੰਥ ਪ੍ਰਕਾਸ਼ ਦਾ ਮਹੱਤਵ ਹੈ। ਆਓ ਹੁਣ ਆਪ ਜੀ ਨੂੰ ਗੁਰੂ ਸਾਹਿਬ ਦੀ ਢਾਡੀ